ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਤੇ ਤੁਹਾਡੇ ਵਾਸਤੇ ਅੱਜ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਕੰਪਿਊਟਰ ਦਾ ਬੈਚ ਸਪੈਸ਼ਲ ਫॉर ਪੰਜਾਬ ਪੁਲਿਸ ਸਬ ਇੰਸਪੈਕਟਰ। ਤੇ ਨਾਲ ਹੀ ਅੱਜ ਇੱਕ ਨਵੀਂ ਪੋਸਟ ਆਈ ਹੈ ਹੈੱਡ ਕਾਂਸਟੇਬਲ ਦੀ। ਤਾਂ ਦੋਨਾਂ ਦਾ ਸਿਲੇਬਸ ਸੇਮ ਹੈ ਰਾਜੇ, ਦੋਨਾਂ ਦਾ ਹੀ ਸਿਲੇਬਸ ਕਵਰ ਹੋ ਜਾਊਗਾ ਇਸ ਬੈਚ ਦੇ ਵਿੱਚ। ਤੇ ਇਹ ਬੈਚ ਤੁਹਾਨੂੰ ਜਾਣਕਾਰੀ ਵਾਸਤੇ ਦੱਸ ਦਿੰਦੇ ਹਾਂ ਬੇਟੇ, ਬਿਲਕੁਲ ਫ੍ਰੀ ਹੈ। ਤਾਂ ਸੌਰੀ ਫॉर ਲੇਟ, ਕਿਉਂਕਿ ਲੇਟ ਹੋਣ ਦਾ ਕਾਰਨ ਇਹੀ ਸੀਗਾ ਕਿ ਇੱਕ ਕੰਪਿਊਟਰ ਦੀ ਮੈਰਾਥਨ ਕਲਾਸ ਮੈਂ ਬਣਾ ਰਿਹਾ ਸੀ, ਜਿਸ ਕਰਕੇ ਮੈਂ ਥੋੜ੍ਹਾ ਜਿਹਾ ਬਿਜ਼ੀ ਚੱਲ ਰਿਹਾ ਸੀਗਾ। ਪਰ ਮੈਂ ਅੱਜ ਦੇਖੋ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਬੜੀ ਮੁਸ਼ਕਲ ਦੇ ਨਾਲ ਟਾਈਮ ਕੱਢਿਆ। ਬਟ ਅੱਜ ਤੋਂ ਬਾਅਦ ਤੁਹਾਨੂੰ ਰੈਗੂਲਰ ਵੀਡੀਓ ਮਿਲੂਗੀ ਕੰਪਿਊਟਰ ਦੀ ਡੇਲੀ YouTube ਦੇ ਉੱਪਰ। ਬਸ ਤੁਹਾਡਾ ਫਰਜ਼ ਕੀ ਬਣਦਾ ਰਾਜੇ, ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨੇ ਵੀ ਤੁਹਾਡੇ ਗਰੁੱਪ ਬਣੇ ਆ, ਤਾਂ ਜੋ ਹਰ ਇੱਕ ਬੰਦੇ ਦੀ ਹੈਲਪ ਹੋ ਸਕੇ। ਠੀਕ ਹੈ, ਇਹ ਜਸਟ ਐਂ ਕਹਿ ਲਓ ਸੇਵਾ ਵਾਸਤੇ ਆਪਾਂ ਇਹ ਬੈਚ ਸਟਾਰਟ ਕੀਤਾ ਕਿ ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ ਉਹ ਫ੍ਰੀ ਆਫ ਕਾਸਟ 101% ਸਿਲੇਬਸ ਕਵਰ ਕਰ ਲੈਣ ਆਪਣਾ ਕੰਪਿਊਟਰ ਦਾ। ਕਿਉਂਕਿ ਤੁਹਾਨੂੰ ਪਤਾ ਕੰਪਿਊਟਰ ਆਊਗਾ ਰਾਜੇ 120 ਨੰਬਰ ਦਾ, ਤਾਂ 120 ਨੰਬਰ ਬਹੁਤ ਹੁੰਦੇ ਨੇ। ਤੇ ਗਰੰਟੀ ਹੈ ਵੀ ਜੇ ਤੁਸੀਂ ਇੱਥੋਂ ਕੰਪਿਊਟਰ ਪੜ੍ਹ ਗਏ, ਤੁਸੀਂ 120 ਦੇ ਵਿੱਚੋਂ 100+ ਨੰਬਰ ਆਉਣਗੇ ਤੁਹਾਡੇ, 100+ ਨੰਬਰ। ਇਹ ਮੇਰੀ ਗਰੰਟੀ ਹੈ ਜਦੋਂ ਤੁਹਾਡਾ ਕੰਪਿਊਟਰ ਸਾਰਾ ਸਿਲੇਬਸ ਖਤਮ ਹੋ ਗਿਆ। ਤੇ ਅੱਜ ਥੋੜ੍ਹਾ ਜਿਹਾ ਤੁਹਾਨੂੰ ਮੈਂ ਗੱਲਾਂ ਤੁਹਾਨੂੰ ਨਾਲ ਤਾਂ ਦੱਸ ਰਿਹਾ ਤੁਹਾਡੇ ਕੰਮ ਆਉਣਗੀਆਂ। ਪੰਜਾਬ ਦੇ ਵਿੱਚ ਜਿੰਨੇ ਵੀ ਪੇਪਰ ਹੁੰਦੇ ਰਾਜੇ, ਕੰਪਿਊਟਰ ਪੁੱਛਿਆ ਜਾਂਦਾ ਬਿਲਕੁਲ ਬੇਸਿਕ ਤੋਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫੰਡਾਮੈਂਟਲ ਆਫ ਕੰਪਿਊਟਰ, ਜਿਵੇਂ ਮੈਮਰੀਜ਼ ਹੋ ਗਈਆਂ, ਕੰਪਿਊਟਰ ਜਨਰੇਸ਼ਨ ਹੋ ਗਈਆਂ, ਉਹ ਸਾਰਾ ਮੈਂ ਕਰਵਾ ਰੱਖਿਆ। ਇੱਕ ਨਵੀਂ ਪਲੇਲਿਸਟ ਮੈਂ ਜਨਰੇਟ ਕਰਤੀ ਹੈ, ਤੁਸੀਂ ਸਾਰੀਆਂ ਵੀਡੀਓ ਉਹਦੇ ਵਿੱਚ ਦੇਖ ਲਓਗੇ। ਜਿਹੜੀਆਂ ਇੰਪੋਰਟੈਂਟ ਹੋਣਗੀਆਂ ਮੈਂ ਲੈਕਚਰ 1 ਲੈਕਚਰ 2 ਕਰਕੇ ਪਾ ਦੂੰਗਾ। ਠੀਕ ਹੈ, ਲੈਕਚਰ 1 ਜਿਵੇਂ ਮੰਨ ਲਓ ਕੋਈ ਵੀਡੀਓ ਹੋਊਗੀ ਫੰਡਾਮੈਂਟਲ ਦੀ, ਲੈਕਚਰ 2 ਹੋਊਗੀ, ਲੈਕਚਰ 3 ਹੋਊਗੀ, ਤੇ ਇਹ ਨਵੀਂ ਵੀਡੀਓ ਜਿਹੜੀ ਅੱਜ ਤੁਹਾਡੇ ਕੋਲ ਆ ਰਹੀ ਹੈ। ਠੀਕ ਹੈ, ਇਹ ਸਾਰਾ ਕੁਝ ਮੈਂ ਸੈੱਟ ਕਰ ਦੂੰਗਾ, ਥੋੜ੍ਹਾ ਜਿਹਾ ਟਾਈਮ ਦਿਓ, ਸਭ ਕੁਝ ਬਹੁਤ ਵਧੀਆ ਢੰਗ ਨਾਲ ਕਰਾਂਗੇ। ਤੇ ਅੱਜ ਦੀ ਵੀਡੀਓ ਵੀ ਬਹੁਤ ਖਾਸ ਰਹਿਣ ਵਾਲੀ ਹੈ, ਕਿਉਂਕਿ ਆਪਰੇਟਿੰਗ ਸਿਸਟਮ ਹੋ ਗਿਆ, ਆਪਰੇਟਿੰਗ ਸਿਸਟਮ ਦੀਆਂ ਟਾਈਪਸ ਹੋ ਗਈਆਂ, ਇਹਨਾਂ ਤੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਤੇ ਆਪਰੇਟਿੰਗ ਸਿਸਟਮ 1-2 ਵੀਡੀਓ 'ਚ ਪੂਰਾ ਹੋਊਗਾ। ਅੱਜ ਸਮਝ ਲਓ ਵੀ ਆਪਰੇਟਿੰਗ ਸਿਸਟਮ ਦਾ ਪਹਿਲਾ ਪਾਰਟ ਹੈ, ਇਹਦੇ ਵਿੱਚ ਆਪਾਂ ਆਪਰੇਟਿੰਗ ਸਿਸਟਮ ਬਾਰੇ ਪੜ੍ਹਾਂਗੇ ਤੇ ਕਿੰਨੀ ਤਰ੍ਹਾਂ ਦਾ ਹੁੰਦਾ ਉਹਦੇ ਬਾਰੇ ਪੜ੍ਹਾਂਗੇ। ਚਲੋ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ, ਬਹੁਤ ਵਧੀਆ ਢੰਗ ਦੇ ਨਾਲ, ਬਾਬਾ ਮਿਹਰ ਕਰੇ। ਚਲੋ ਜੀ ਆਪਾਂ ਕਰਦੇ ਹਾਂ ਸ਼ੁਰੂਆਤ। ਆਪਰੇਟਿੰਗ ਸਿਸਟਮ ਬਾਰੇ ਰਾਜਾ ਆਪਾਂ ਪੜ੍ਹਦੇ ਆਏ ਹਾਂ ਵੀ ਕੰਪਿਊਟਰ ਦੇ ਵਿੱਚ 2 ਤਰ੍ਹਾਂ ਦੇ ਸੌਫਟਵੇਅਰ ਹੁੰਦੇ ਆ। ਇੱਕ ਹੁੰਦਾ ਜੀ ਸਿਸਟਮ ਸੌਫਟਵੇਅਰ, ਤੁਸੀਂ ਸਾਰਿਆਂ ਨੇ ਪੜ੍ਹਿਆ ਹੋਇਆ ਰਾਜੇ। ਇੱਕ ਹੁੰਦਾ ਐਪਲੀਕੇਸ਼ਨ ਸੌਫਟਵੇਅਰ। 2 ਤਰ੍ਹਾਂ ਦੇ ਸੌਫਟਵੇਅਰ ਹੁੰਦੇ ਆ, ਸਿਸਟਮ ਸੌਫਟਵੇਅਰ ਤੇ ਐਪਲੀਕੇਸ਼ਨ ਸੌਫਟਵੇਅਰ। ਐਪਲੀਕੇਸ਼ਨ ਸੌਫਟਵੇਅਰ ਹੁੰਦਾ ਜਿਹੜਾ ਕਿਸੇ ਖਾਸ ਕੰਮ ਵਾਸਤੇ ਵਰਤਿਆ ਜਾਂਦਾ, ਖਾਸ ਟਾਸਕ ਵਾਸਤੇ ਵਰਤਿਆ ਜਾਂਦਾ। ਜਿਵੇਂ ਤੁਹਾਡਾ ਗੇਮਿੰਗ ਹੋ ਗਈਆਂ, ਤੁਹਾਡਾ WhatsApp ਹੋ ਗਿਆ, ਤੁਹਾਡੀ Facebook ਹੋ ਗਈ, ਇਹ ਸਾਰੀਆਂ ਕੀ ਨੇ, ਐਪਲੀਕੇਸ਼ਨ ਨੇ, ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਐਪ ਕਹਿ ਦਿੰਦੇ ਹਾਂ। ਠੀਕ ਹੈ, ਚਲੋ ਇਹਦੇ ਬਾਰੇ ਆਪਾਂ ਫੇਰ ਪੜ੍ਹਾਂਗੇ, ਵੈਸੇ ਪੜ੍ਹਾਇਆ ਹੋਇਆ, ਇਹ ਬੇਸਿਕ ਫੰਡਾਮੈਂਟਲ ਦੇ ਵਿੱਚ ਪੜ੍ਹਿਆ ਹੋਇਆ ਆਪਾਂ। ਸਿਸਟਮ ਸੌਫਟਵੇਅਰ ਦੀ ਗੱਲ ਕਰਦੇ ਹਾਂ ਰਾਜੇ, ਉਹ ਸੌਫਟਵੇਅਰ ਜਿਹੜਾ ਕਿ ਸਿਸਟਮ ਨੂੰ ਹੈਂਡਲ ਕਰੂਗਾ, ਸਿਸਟਮ ਦੀਆਂ ਗਤੀਵਿਧੀਆਂ ਹੋ ਗਈਆਂ ਉਹਨਾਂ 'ਤੇ ਨਿਗਰਾਨੀ ਰੱਖੂਗਾ, ਉਹਨਾਂ ਨੂੰ ਚਲਾਉਣ ਦੇ ਕੰਮ ਆਊਗਾ, ਉਹਨੂੰ ਕਿਹਾ ਜਾਂਦਾ ਜੀ ਸਿਸਟਮ ਸੌਫਟਵੇਅਰ। ਤੇ ਸਿਸਟਮ ਸੌਫਟਵੇਅਰ ਦੀ ਐਗਜ਼ਾਮਪਲ ਹੈਗੀ ਆ ਜਾਂ ਉਹਦਾ ਪਾਰਟ ਹੈਗਾ ਕੌਣ, ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਰਾਜੇ 2 ਸ਼ਬਦਾਂ ਤੋਂ ਬਣਿਆ, ਆਪਰੇਟਿੰਗ ਸਿਸਟਮ, ਆਪਰੇਟ ਪਲੱਸ ਸਿਸਟਮ, ਜਿਹੜਾ ਸਿਸਟਮ ਨੂੰ ਆਪਰੇਟ ਕਰਦਾ। ਆਪਰੇਟ ਦਾ ਮਤਲਬ ਕੀ ਹੁੰਦਾ ਵੀ ਜੋ ਵੀ ਕੰਮਕਾਰ ਹੈਗਾ ਸਿਸਟਮ ਦਾ ਸਾਰਾ ਕੌਣ ਦੇਖੂਗਾ, ਕਿਹਦੀ ਦੇਖ ਰੇਖ ਦੇ ਵਿੱਚ ਹੋਊਗਾ, ਇੱਕ ਸੌਫਟਵੇਅਰ ਦੀ ਦੇਖ ਰੇਖ 'ਚ ਹੋਊਗਾ। ਉਸ ਸੌਫਟਵੇਅਰ ਦਾ ਨਾਮ ਕੀ ਹੈਗਾ, ਆਪਰੇਟਿੰਗ ਸਿਸਟਮ। ਤੇ ਆਪਰੇਟਿੰਗ ਸਿਸਟਮ ਆਪਾਂ ਸਾਰਿਆਂ ਨੇ ਦੇਖਿਆ ਹੋਇਆ, ਕਿਉਂਕਿ ਆਪਣੇ ਸਭ ਦੇ ਹੱਥਾਂ ਦੇ ਵਿੱਚ ਕੀ ਹੈਗਾ ਰਾਜੇ, ਮੋਬਾਈਲ ਹੈਗਾ। ਤਾਂ ਜੇ ਤੁਹਾਡੇ ਕੋਲ ਐਂਡਰੋਇਡ ਮੋਬਾਈਲ ਹੈ ਤਾਂ ਉਹਦੇ ਵਿੱਚ ਕੀ ਹੋਊਗਾ, ਐਂਡਰੋਇਡ ਆਪਰੇਟਿੰਗ ਸਿਸਟਮ। ਤੇ ਜੇ ਕੋਈ ਭਾਈ ਅਮੀਰ ਹੈਗਾ ਉਹਦੇ ਕੋਲ ਹੋਊਗਾ ਐਪਲ ਦਾ, ਤੇ ਐਪਲ ਦੇ ਵਿੱਚ ਹੁੰਦਾ iOS ਸੌਫਟਵੇਅਰ ਹੁੰਦਾ ਐਪਲ ਕੰਪਨੀ ਦਾ। ਤਾਂ ਰਾਈਟ, ਇਹ ਸਾਰੇ ਕੀ ਨੇ ਰਾਜੇ, ਆਪਰੇਟਿੰਗ ਸਿਸਟਮ ਨੇ, ਜਿਹੜੇ ਮੋਬਾਈਲ ਨੂੰ ਵੀ ਚਲਾਉਂਦੇ ਆ, ਕੰਪਿਊਟਰ ਨੂੰ ਵੀ ਚਲਾਉਂਦੇ ਆ। ਤੇ ਕੰਪਿਊਟਰ ਦੀ ਜਿੰਨੇ ਵੀ ਮੇਨ ਸਿਸਟਮ ਹੈਗਾ ਉਹਨੂੰ ਚਲਾਉਣ ਵਾਸਤੇ ਜਿਹੜਾ ਵਰਤਿਆ ਜਾਂਦਾ ਉਹਨੂੰ ਕਹਿ ਦਿੰਦੇ ਆ ਸਿਸਟਮ ਸੌਫਟਵੇਅਰ, ਆਪਰੇਟਿੰਗ ਸਿਸਟਮ। ਹੁਣ ਆਪਰੇਟਿੰਗ ਸਿਸਟਮ ਦੀ ਲੋੜ ਕਿਉਂ ਪਈ ਆਪਾਂ ਨੂੰ, ਪਹਿਲਾਂ ਆਪਾਂ ਇੱਕ ਡਾਇਆਗ੍ਰਾਮ ਦੇਖਦੇ ਹਾਂ। ਹੁਣ ਮੰਨ ਲਓ ਤੁਹਾਨੂੰ ਮੈਂ ਕਹਾਂ ਵੀ ਤੁਸੀਂ ਮੋਬਾਈਲ ਲੈ ਆਏ, ਮੈਂ ਤੁਹਾਨੂੰ ਕਹਾਂ ਭਾਈ ਤੁਹਾਨੂੰ ਨਵਾਂ ਮੋਬਾਈਲ ਲਿਆਂਦਾ, ਇਹ ਮੈਂ ਮੋਬਾਈਲ ਲੈ ਕੇ ਆਇਆ। ਠੀਕ ਹੈ, ਤੇ ਮੋਬਾਈਲ ਜਦੋਂ ਮੈਂ ਲੈ ਕੇ ਆਇਆ, ਮੋਬਾਈਲ ਜਿਹੜਾ ਮੈਂ ਲੈ ਕੇ ਆਇਆ ਰਾਜੇ ਕੀ ਇੱਕ ਤਰ੍ਹਾਂ ਦਾ ਹਾਰਡਵੇਅਰ ਹੈ। ਕੀ ਹੈ, ਹਾਰਡਵੇਅਰ ਹੈ। ਤਾਂ ਮੰਨ ਲਓ ਇਹਦੇ ਵਿੱਚ ਮੈਂ ਕੀ ਹੈ, ਸੌਫਟਵੇਅਰ ਕੋਈ ਵੀ ਨਹੀਂ ਹੈਗਾ, ਨਾ ਮੈਂ ਆਪਰੇਟਿੰਗ ਸਿਸਟਮ ਪਵਾਇਆ, ਐਂਡਰੋਇਡ ਪਵਾਇਆ, ਨਾ ਮੈਂ iOS ਪਵਾਇਆ, ਕੁਛ ਵੀ ਨਹੀਂ ਸੀਗਾ, ਖਾਲੀ ਸੀਗਾ। ਤਾਂ ਇਹ ਆਪਣੇ ਕੰਮ ਆਊਗਾ, ਤੁਸੀਂ ਚਲਾ ਕੇ ਮਾਰੋਗੇ, ਤੁਸੀਂ ਕਹੋਗੇ ਨਹੀਂ ਸਰ ਜੀ ਇਹ ਤਾਂ ਯੂਜ਼ਲੈਸ ਹੈ, ਇਹ ਸਾਡੇ ਕਿਸੇ ਕੰਮ ਦਾ ਨਹੀਂ, ਨਾ ਤਾਂ ਇਹਦੇ ਵਿੱਚ ਕੁਝ ਖੁੱਲ੍ਹ ਰਿਹਾ, ਬਲੈਕ ਸਕਰੀਨ ਆ ਰਹੀ ਹੈ। ਤਾਂ ਇਹਦਾ ਕਹਿਣ ਦਾ ਮਤਲਬ ਕੀ ਹੈਗਾ ਵੀ ਇਕੱਲਾ ਹਾਰਡਵੇਅਰ ਕੰਮ ਨਹੀਂ ਕਰ ਸਕਦਾ, ਜਦੋਂ ਵੀ ਕੋਈ ਚੀਜ਼ ਕੰਮ ਕਰੂਗੀ ਉਹ ਸੌਫਟਵੇਅਰ ਦੇ ਨਾਲ ਮਿਲ ਕੇ ਕੰਮ ਕਰੂਗੀ। ਸੌਫਟਵੇਅਰ ਤੇ ਹਾਰਡਵੇਅਰ ਦਾ ਕੰਬੀਨੇਸ਼ਨ ਮਿਲ ਕੇ ਕੀ ਬਣਾਉਂਦਾ, ਇੱਕ ਸਿਸਟਮ ਬਣਾਉਂਦਾ ਹੈ। ਤਾਂ ਹਾਰਡਵੇਅਰ ਤਾਂ ਆਪਣੇ ਕੋਲੇ ਹੈਗਾ, ਹੁਣ ਆਪਾਂ ਨੂੰ ਕੀ ਚਾਹੀਦਾ, ਸੌਫਟਵੇਅਰ ਚਾਹੀਦਾ।
ਕਿਉਂਕਿ ਜਿਹੜਾ ਇਹ ਚੀਜ਼ ਹੈਗੀ ਇਹਨੂੰ ਯੂਜ਼ ਕੌਣ ਕਰੂਗਾ, ਬੰਦੇ ਕਰਨਗੇ, ਜਿਹੜਾ ਕਿ ਜਿਹਨੂੰ ਆਪਾਂ ਕਹਿ ਦਿੰਦੇ ਆ ਯੂਜ਼ਰ। ਤਾਂ ਯੂਜ਼ਰ ਤੇ ਹਾਰਡਵੇਅਰ ਦੇ ਵਿਚਕਾਰ ਜਿਹੜਾ ਤਾਲਮੇਲ ਕੌਣ ਬਿਠਾਊਗਾ, ਉਹ ਤਾਲਮੇਲ ਬਿਠਾਉਂਦਾ ਤੁਹਾਡਾ ਆਪਰੇਟਿੰਗ ਸਿਸਟਮ। ਕੌਣ ਬਿਠਾਉਂਦਾ? ਆਪਰੇਟਿੰਗ ਸਿਸਟਮ। ਠੀਕ ਹੈ ਜੀ। ਅਗਰ ਫਿਰ ਵੀ ਨਹੀਂ ਸਮਝ ਆਇਆ, ਤੁਹਾਨੂੰ ਮੈਂ ਇੱਕ ਸਿੰਪਲ ਐਗਜ਼ਾਮਪਲ ਦੱਸ ਦਿੰਦਾ। ਸਿੰਪਲ ਐਗਜ਼ਾਮਪਲ ਕੀ ਹੈ ਕਿ ਮੰਨ ਲਓ ਆਪਣੇ ਮੋਦੀ ਸਾਹਿਬ ਹੈ ਨਾ, ਮੋਦੀ ਨੂੰ ਕੀ ਹੈ ਅੰਗਰੇਜ਼ੀ ਨਹੀਂ ਆਉਂਦੀ, ਅਤੇ ਪਹਿਲਾਂ ਟਰੰਪ ਦਾ ਇਹ ਬੇਲੀ ਸੀਗਾ, ਟਰੰਪ ਨੂੰ ਕੀ ਹੈ ਹਿੰਦੀ ਨਹੀਂ ਆਉਂਦੀ ਗੀ, ਟਰੰਪ ਨੂੰ ਕੀ ਆਉਂਦੀ ਅੰਗਰੇਜ਼ੀ ਆਉਂਦੀ, ਇਹਨੂੰ ਕੀ ਆਉਂਦੀ ਹੈ ਹਿੰਦੀ ਆਉਂਦੀ ਹੈ। ਹੁਣ ਇਹ ਆਪਸ ਵਿੱਚ ਗੱਲ ਕਰ ਸਕਦੇ ਆ? ਨਹੀਂ ਕਰ ਸਕਦੇ, ਕਿਉਂਕਿ ਇਹ ਹਿੰਦੀ 'ਚ ਬੋਲੂਗਾ ਇਹਨੂੰ ਸਮਝ ਨਹੀਂ ਆਉਣੀ, ਇਹ ਅੰਗਰੇਜ਼ੀ 'ਚ ਬੋਲੂਗਾ ਇਸ ਭਾਈ ਸਾਹਿਬ ਨੂੰ ਸਮਝ ਨਹੀਂ ਆਉਣੀ ਗੀ। ਤਾਂ ਵਿਚਕਾਰ ਮੰਨ ਲਓ ਮੈਂ ਇੱਕ ਬੰਦਾ ਬਿਠਾਤਾ ਜਿਹਨੂੰ ਅੰਗਰੇਜ਼ੀ ਵੀ ਆਉਂਦੀ ਆ ਅਤੇ ਹਿੰਦੀ ਵੀ ਆਉਂਦੀ ਹੈ, ਇਹ ਇਹਦੀ ਗੱਲ ਸੁਣ ਕੇ ਇੱਧਰ ਟਰਾਂਸਲੇਟ ਕਰ ਦੂਗਾ, ਇਹਦੀ ਗੱਲ ਸੁਣ ਕੇ ਇੱਧਰ ਟਰਾਂਸਲੇਟ ਕਰ ਦੂਗਾ। ਬਸ ਉਹੀ ਗੱਲ ਹੈ ਵੀ ਹਾਰਡਵੇਅਰ ਦੀ ਸਮਝ, ਠੀਕ ਹੈ, ਹਾਰਡਵੇਅਰ ਦੇ ਵਿੱਚ ਕੀ ਕੁਛ ਪਿਆ ਆਪਾਂ ਨੂੰ ਨਹੀਂ ਸਮਝ ਆ ਰਹੀ, ਠੀਕ ਹੈ, ਅਤੇ ਯੂਜ਼ਰ ਕੀ ਕਹਿ ਰਿਹਾ ਹਾਰਡਵੇਅਰ ਨੂੰ ਸਮਝ ਨਹੀਂ ਆ ਰਿਹਾ। ਤਾਂ ਵਿਚਕਾਰ ਕੌਣ ਬਿਠਾਤਾ ਆਪਾਂ? ਆਪਰੇਟਿੰਗ ਸਿਸਟਮ ਬਿਠਾਤਾ। ਵਿਚਕਾਰ ਕੀ ਆਪਾਂ ਬਿਠਾਤਾ? ਵਿਚੋਲਾ ਬਿਠਾਤਾ, ਆਪਰੇਟਿੰਗ ਸਿਸਟਮ ਬਿਠਾਤਾ, ਜੋ ਇੱਧਰ ਦੋਵਾਂ ਦੇ ਵਿੱਚ ਕੀ ਕਰਾਊਗਾ? ਗੱਲ ਕਰਾਊਗਾ। ਤਾਂ ਇਹਨੂੰ ਕਹਿ ਦਿੰਦੇ ਆ ਇਹ ਇੰਟਰਫੇਸ ਦਾ ਕੰਮ ਕਰਦਾ ਹੈ। ਕਾਹਦਾ ਕੰਮ ਕਰਦਾ? ਆਪਰੇਟਿੰਗ ਸਿਸਟਮ ਇੰਟਰਫੇਸ ਦਾ ਕੰਮ ਕਰਦਾ। ਕਿਹਦੇ ਵਿਚਕਾਰ ਕਰਦਾ ਰਾਜੇ? ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ। ਮੋਸਟ ਇੰਪੋਰਟੈਂਟ ਲਾਈਨ ਹੈ, ਤੁਹਾਨੂੰ ਪੁੱਛੀ ਜਾਂਦੀ ਹੈ ਬਹੁਤ ਵਾਰੀ, ਵੀ ਤੁਹਾਨੂੰ ਕੁਐਸਚਨ ਆ ਜਾਂਦਾ ਡਾਇਰੈਕਟ ਵੀ ਜਿਹੜੀਆਂ ਹੇਠ ਲਿਖੀਆਂ ਸਟੇਟਮੈਂਟ ਹੈਗੀਆਂ ਇਹਨਾਂ ਵਿੱਚੋਂ ਕਿਹੜੀ ਆਪਰੇਟਿੰਗ ਸਿਸਟਮ ਦੀ ਸਟੇਟਮੈਂਟ ਹੈ। ਤਾਂ ਸਭ ਤੋਂ ਜ਼ਿਆਦਾ ਮੋਸਟ ਇੰਪੋਰਟੈਂਟ ਸਟੇਟਮੈਂਟ ਇਹੀ ਹੈ ਵੀ ਇਹ ਇੰਟਰਫੇਸ ਦਾ ਕੰਮ ਕਰਦਾ। ਇੰਟਰ ਦਾ ਮਤਲਬ ਕੀ ਹੁੰਦਾ? ਵਿਚਕਾਰ ਵਾਲਾ। ਫੇਸ ਦਾ ਮਤਲਬ ਕੀ ਹੁੰਦਾ? ਕਿ ਦੋਨਾਂ ਦੇ ਵਿਚਕਾਰ ਤਾਲਮੇਲ ਬਿਠਾਉਂਦਾ ਹੈ। ਤਾਂ ਯਾਦ ਰੱਖਿਓ। ਇਸ ਤੋਂ ਇਲਾਵਾ ਹੋਰ ਕਿਹੜੇ ਕੰਮ ਕਰਦਾ? ਮੰਨ ਲਓ ਸਿਸਟਮ ਦੇ ਵਿੱਚ ਜਿਹੜੀ ਮੈਮਰੀ ਹੁੰਦੀ ਹੈ ਜਾਂ ਫਾਈਲਾਂ ਹੁੰਦੀਆਂ ਨੇ, ਫਾਈਲਾਂ ਨੂੰ ਸੰਭਾਲਣੀਆਂ ਕਿਵੇਂ ਆ, ਸਟੋਰ ਕਿਵੇਂ ਕਰਨੀਆਂ, ਉਹਨੂੰ ਕਹਿ ਦਿੰਦੇ ਫਾਈਲ ਮੈਨੇਜਮੈਂਟ। ਮੈਮਰੀ ਕਿਵੇਂ ਸਟੋਰ ਕਰਨੀ ਆ, ਮੈਮਰੀ ਕਿਹਨੂੰ ਕਿੰਨੀ ਦੇਣੀ ਆ, ਇਹ ਵੀ ਦੇਖਣਾ। ਪ੍ਰੋਸੈਸ ਹੁੰਦਾ, ਜਿਵੇਂ ਮੰਨ ਲਓ ਕੋਈ ਕੰਮ ਹੋ ਰਿਹਾ ਉਹਨੂੰ ਕਹਿ ਦਿੰਦੇ ਆ ਪ੍ਰੋਸੈਸ। ਠੀਕ ਹੈ। ਇਨਪੁੱਟ ਆਊਟਪੁੱਟ ਜਿਹੜੀਆਂ ਆਪਾਂ ਐਂਟਰ ਕਰਦੇ ਹਾਂ, ਸਾਰਾ ਕੁਝ ਮਤਲਬ ਦੇਖਣ ਦਾ ਕੰਮ ਕੌਣ ਕਰੂਗਾ? ਆਪਰੇਟਿੰਗ ਸਿਸਟਮ ਹੀ ਕਰੂਗਾ। ਠੀਕ ਹੈ ਜੀ। ਤਾਂ ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਊਗੀ ਵੀ ਆਪਰੇਟਿੰਗ ਸਿਸਟਮ ਹੁੰਦਾ ਕੀ ਹੈ। ਨੈਕਸਟ ਚੱਲਦੇ ਹਾਂ। ਐਗਜ਼ਾਮਪਲ ਤੁਹਾਨੂੰ ਪਤਾ ਹੀ ਹੈ, ਵਿੰਡੋ ਜਿਵੇਂ 10 ਆ ਰਹੀ ਹੈ ਅੱਜ ਕੱਲ੍ਹ, ਵਿੰਡੋ XP ਹੋ ਗਈ, ਵਿਸਟਾ ਹੋ ਗਈ, 7 ਹੋ ਗਈ, ਐਂਡਰੋਇਡ ਹੋ ਗਿਆ, iOS ਹੋ ਗਿਆ, ਸਾਰੇ ਕਿਹਦੇ ਐਗਜ਼ਾਮਪਲਾਂ ਨੇ? ਆਪਰੇਟਿੰਗ ਸਿਸਟਮ ਦੀਆਂ ਐਗਜ਼ਾਮਪਲਾਂ ਨੇ। ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਅੱਗੇ ਕੀ ਹੈ, ਜੇ ਆਪਾਂ ਗੱਲ ਕਰੀਏ ਬੇਸਿਕਲੀ ਆਪਰੇਟਿੰਗ ਸਿਸਟਮ ਦੋ ਢੰਗ ਦਾ ਹੁੰਦਾ। ਇੱਕ ਹੁੰਦਾ ਜੀ ਸਿੰਗਲ ਯੂਜ਼ਰ ਅਤੇ ਇੱਕ ਹੁੰਦਾ ਮਲਟੀ ਯੂਜ਼ਰ। ਠੀਕ ਹੈ। ਸਿੰਗਲ ਯੂਜ਼ਰ ਅਤੇ ਮਲਟੀ ਯੂਜ਼ਰ ਦੇ ਵਿੱਚ ਕੀ ਫਰਕ ਹੈ? ਹੁਣ ਮੰਨ ਲਓ ਤੁਹਾਡੇ ਘਰ ਦੇ ਵਿੱਚ ਕੋਈ ਕੰਪਿਊਟਰ ਹੈਗਾ ਜਾਂ ਮੋਬਾਈਲ ਹੈਗਾ, ਮੰਨ ਲਓ ਉਹਨੂੰ ਇਕੱਲਾ ਇੱਕ ਬੰਦਾ ਹੀ ਵਰਤ ਰਿਹਾ, ਸਿਰਫ ਇੱਕ ਬੰਦਾ ਵਰਤ ਰਿਹਾ, ਉਹਨੂੰ ਕਹਿ ਦਿੰਦੇ ਆ ਰਾਜੇ ਸਿੰਗਲ ਯੂਜ਼ਰ। ਕੀ ਕਹਿ ਦਿੰਦੇ ਆ? ਸਿੰਗਲ ਯੂਜ਼ਰ। ਅਤੇ ਕੰਪਿਊਟਰ ਦੀ ਭਾਸ਼ਾ 'ਚ ਕਹਿ ਦਿੰਦੇ ਆ ਵੀ ਜਿਹੜਾ ਕੰਪਿਊਟਰ ਨੈਟਵਰਕ ਦੇ ਨਾਲ ਨਹੀਂ ਅਟੈਚ ਹੋਇਆ, ਉਹ ਇਕੱਲਾ ਘਰ ਦੇ ਵਿੱਚ ਆਪਾਂ ਕੰਮ ਕਰਦੇ ਹਾਂ, ਇੱਕ ਬੰਦਾ ਯੂਜ਼ ਕਰਦਾ, ਉਹਨੂੰ ਕਹਿ ਦਿੰਦੇ ਆ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ। ਠੀਕ ਹੈ ਜੀ। ਬਸ ਇੱਕ ਟਾਈਮ 'ਤੇ ਇੱਕ ਬੰਦਾ ਯੂਜ਼ ਕਰੂਗਾ। ਮੰਨ ਲਓ ਇੱਕ ਕੰਪਿਊਟਰ ਹੈ ਤਾਂ ਉਹਨੂੰ ਇੱਕ ਬੰਦਾ ਯੂਜ਼ ਕਰ ਰਿਹਾ ਐਟ ਏ ਟਾਈਮ, ਤਾਂ ਉਹਨੂੰ ਕਹਿ ਦਿੰਦੇ ਆ ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ। ਜਿਵੇਂ ਆਪਣੀ ਵਿੰਡੋ ਹੋ ਗਈ, ਐਪਲ ਹੋ ਗਿਆ, ਮੈਕ ਹੋ ਗਿਆ, ਇਹ ਸਾਰੇ ਕੀ ਨੇ? ਸਿੰਗਲ ਯੂਜ਼ਰ ਆਪਰੇਟਿੰਗ ਸਿਸਟਮ ਨੇ। ਅੱਗੇ ਗੱਲ ਕਰਦੇ ਹਾਂ ਜੀ ਮਲਟੀ ਯੂਜ਼ਰ। ਨਾਮ ਤੋਂ ਹੀ ਕਲੀਅਰ ਹੈ, ਮਲਟੀ ਦਾ ਮਤਲਬ ਕੀ ਹੁੰਦਾ? ਇੱਕ ਤੋਂ ਵੱਧ। ਜਿੱਥੇ ਕੀ ਹੈ ਰਾਜੇ, ਇੱਕ ਤੋਂ ਵੱਧ ਬੰਦੇ ਇਕੱਠੇ ਇੱਕੋ ਟਾਈਮ 'ਤੇ ਕੀ ਕਰ ਸਕਦੇ ਆ? ਇੱਕੋ ਸਿਸਟਮ ਨੂੰ ਯੂਜ਼ ਕਰ ਸਕਦੇ ਆ। ਕਿਵੇਂ ਯੂਜ਼ ਕਰਨਗੇ? ਨੈਟਵਰਕਿੰਗ ਦੇ ਨਾਲ। ਕਿਵੇਂ ਯੂਜ਼ ਕਰਨਗੇ? ਨੈਟਵਰਕਿੰਗ ਦੇ ਨਾਲ ਯੂਜ਼ ਕਰਨਗੇ। ਠੀਕ ਹੈ। ਤਾਂ ਇਹਦੀ ਐਗਜ਼ਾਮਪਲ ਹੈਗੀ ਆ ਲਾਈਨਿਕਸ ਹੋ ਗਿਆ, ਯੂਨਿਕਸ ਹੋ ਗਿਆ ਰਾਜੇ। ਇਸ ਤੋਂ ਬਾਅਦ ਅੱਜ ਕੱਲ੍ਹ ਤਾਂ ਵਿੰਡੋ ਦੇ ਵਿੱਚ ਵੀ ਇਹ ਫੈਸਿਲਿਟੀ ਆ ਗਈ ਹੈ ਨੈਟਵਰਕਿੰਗ ਵਾਲੀ। ਪਹਿਲਾਂ ਸਟਾਰਟਿੰਗ ਦੇ ਵਿੱਚ ਯੂਨਿਕਸ ਅਤੇ ਲਾਈਨਿਕਸ ਦੇ ਵਿੱਚ ਆਈ ਸੀਗੀ। ਇਹ ਵੀ ਕੀ ਨੇ? ਆਪਰੇਟਿੰਗ ਸਿਸਟਮ ਦੀਆਂ ਐਗਜ਼ਾਮਪਲ ਨੇ। ਆਪਰੇਟਿੰਗ ਸਿਸਟਮ ਨੂੰ OS ਬੋਲਦੇ ਆ ਸ਼ਾਰਟ ਫਾਰਮ ਦੇ ਵਿੱਚ। ਤਾਂ ਰਾਈਟ ਹੈ, ਇਹ ਸੀਗੀਆਂ ਬਿਲਕੁਲ ਬੇਸਿਕ ਟਾਈਪ ਜਿਹੜੀਆਂ ਸਿੰਗਲ ਯੂਜ਼ਰ ਅਤੇ ਮਲਟੀ ਯੂਜ਼ਰ। ਪਰ ਜਿਹੜੀਆਂ ਪੇਪਰ 'ਚ ਪੁੱਛੀਆਂ ਜਾਣਗੀਆਂ ਉਹ ਥੋੜ੍ਹੀਆਂ ਜਿਹੀਆਂ ਹਾਈ ਲੈਵਲ ਦੀਆਂ ਨੇ। ਆਪਾਂ ਉਹਨਾਂ ਨੂੰ ਪੜ੍ਹਾਂਗੇ ਸੌਖੇ ਢੰਗ ਦੇ ਨਾਲ ਪੰਜਾਬੀ ਦੇ ਵਿੱਚ। ਪਹਿਲੀ ਜਿਹੜੀ ਹੈਗੀ ਆ ਬੇਟੇ, ਉਹਨੂੰ ਕਹਿ ਦਿੰਦੇ ਆ ਸਿੰਪਲ ਬੈਚ ਆਪਰੇਟਿੰਗ ਸਿਸਟਮ ਕਹਿ ਦਿੰਦੇ ਆ, ਜਾਂ ਇਕੱਲਾ ਬੈਚ ਆਪਰੇਟਿੰਗ ਸਿਸਟਮ ਕਹਿ ਦਿੰਦੇ ਆ। ਹੁਣ ਤੁਸੀਂ ਦੇਖੋ, ਸਾਰੇ ਤੁਸੀਂ ਪਾਸ ਆਊਟ ਹੋਏ ਆ, ਹੈ ਨਾ। ਕਿਸੇ ਬੰਦੇ ਨੇ ਕੀ ਕੀਤੀ ਹੈ? ਗ੍ਰੈਜੂਏਸ਼ਨ ਕੀਤੀ ਹੈ 2016 ਦੇ ਵਿੱਚ ਖਤਮ ਕੀਤੀ ਹੈ, ਕਿਸੇ ਨੇ 19 'ਚ ਵੀ ਕੀਤੀ ਹੋਊਗੀ, ਕਿਸੇ ਨੇ ਹੁਣ ਰੀਸੈਂਟਲੀ 21 'ਚ ਕੀਤੀ ਹੋਊਗੀ। ਆਪਾਂ ਕਹਿ ਦਿੰਦੇ ਯਾਰ ਸਾਡਾ ਬੈਚ ਕਦੋਂ ਪਾਸ ਆਊਟ ਹੋਇਆ? ਬਈ 2021 'ਚ ਸਾਡਾ ਬੈਚ ਪਾਸ ਆਊਟ ਹੋਇਆ। ਕੋਈ ਕਹਿੰਦਾ ਜੀ 2019 'ਚ ਹੋਇਆ, ਕਿਸੇ ਦਾ 2008 'ਚ ਹੋਇਆ, 16 'ਚ ਹੋਇਆ। ਆਪਦੇ ਅਕੋਰਡਿੰਗ ਸਾਰਾ ਬੰਦੇ ਕਹਿੰਦੇ ਸਾਡਾ ਬੈਚ ਉਦੋਂ ਇਸ ਟਾਈਮ 'ਤੇ ਪਾਸ ਹੋਇਆ। ਬੈਚ ਦਾ ਮਤਲਬ ਕੀ ਹੁੰਦਾ? ਵੀ ਬੈਚ ਦੇ ਵਿੱਚ ਕੀ ਹੁੰਦਾ? ਇੱਕ ਤੋਂ ਵੱਧ ਬੰਦੇ ਹੁੰਦੇ ਆ। ਹੁਣ ਆਪਣੇ ਬੈਚ ਦੇ ਵਿੱਚ ਕੀ ਹੋਣਗੇ ਕਿ ਆਪਣੇ ਮਤਲਬ ਜਿਨ੍ਹਾਂ ਨੇ ਸਾਰਿਆਂ ਨੇ BA ਕੀਤੀ ਆ, BSc ਕੀਤੀ ਆ ਜਾਂ BCA ਕੀਤੀ ਆ, ਇੱਕ ਤੋਂ ਵੱਧ ਕੀ ਹੋਣਗੇ? ਸਟੂਡੈਂਟ ਹੋਣਗੇ। ਤਾਂ ਸਾਰੇ ਸਟੂਡੈਂਟ ਨੂੰ ਮਿਲ ਕੇ ਕੀ ਬਣ ਜਾਂਦਾ ਰਾਜੇ? ਇੱਕ ਬੈਚ ਬਣ ਜਾਂਦਾ ਹੈ। ਬਸ ਇੱਥੇ ਹੀ ਰਾਜੇ ਸਟਾਰਟਿੰਗ ਦੇ ਵਿੱਚ ਕੀ ਹੋਇਆ ਸੀਗਾ, ਜਦੋਂ ਨਵੇਂ ਕੰਪਿਊਟਰ ਆਏ ਸੀਗੇ ਉਸ ਟਾਈਮ 'ਤੇ ਪਹਿਲੀ ਜਨਰੇਸ਼ਨ ਦੇ ਵਿੱਚ ਤਾਂ ਕੋਈ ਵੀ ਆਪਰੇਟਿੰਗ ਸਿਸਟਮ ਨਹੀਂ ਸੀਗਾ। ਸੈਕਿੰਡ ਜਨਰੇਸ਼ਨ ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਆਪਰੇਟਿੰਗ ਸਿਸਟਮ ਲਾਂਚ ਕੀਤਾ ਜਿਹਨੂੰ ਕਿਹਾ ਜਾਂਦਾ ਹੈ ਬੈਚ ਆਪਰੇਟਿੰਗ ਸਿਸਟਮ। ਬਟ ਇਹਦਾ ਕੋਈ ਵੀ ਲੈਣਾ ਦੇਣਾ ਨਹੀਂ ਸੀਗਾ, ਇਹਦੇ ਵਿੱਚ ਡਾਇਰੈਕਟ ਇੰਟਰੈਕਸ਼ਨ ਨਹੀਂ ਹੁੰਦੀ ਸੀਗੀ ਯੂਜ਼ਰ ਦੇ ਨਾਲ। ਯੂਜ਼ਰ ਮਤਲਬ ਕਿ ਜਿਵੇਂ ਮੰਨ ਲਓ ਅੱਜ ਕੱਲ੍ਹ ਮੈਂ ਕੋਈ ਲੈਪਟਾਪ ਯੂਜ਼ ਕਰ ਲੈਂਦਾ, ਮੋਬਾਈਲ ਯੂਜ਼ ਕਰ ਲੈਂਦਾ,
ਆਪਾਂ ਡਾਇਰੈਕਟ ਕਿਹਦੇ ਨਾਲ ਡੀਲ ਕਰਦੇ ਆ, ਆਪਰੇਟਿੰਗ ਸਿਸਟਮ ਦੇ ਨਾਲ ਡੀਲ ਕਰਦੇ ਆ। ਉਸ ਟਾਈਮ ਤੇ ਇਹ ਚੀਜ਼ ਨਹੀਂ ਸੀਗੀ। ਇਸ ਤਰ੍ਹਾਂ ਦੇ ਆਪਰੇਟਿੰਗ ਸਿਸਟਮ ਨੂੰ ਚਲਾਉਣ ਵਾਸਤੇ ਇੱਕ ਸਪੈਸ਼ਲ ਟ੍ਰੇਨਿੰਗ ਲੈਣੀ ਪੈਂਦੀ ਸੀਗੀ। ਜਿਹੜਾ ਬੰਦਾ ਟ੍ਰੇਨਿੰਗ ਲੈਂਦਾ ਸੀ ਉਹਨੂੰ ਕਹਿ ਦਿੰਦੇ ਸੀਗੇ ਕੰਪਿਊਟਰ ਆਪਰੇਟਰ। ਕੀ ਕਹਿੰਦੇ ਸੀਗੇ? ਕੰਪਿਊਟਰ ਆਪਰੇਟਰ। ਮਤਲਬ ਜਣਾ ਖਣਾ ਬੰਦਾ ਨਹੀਂ ਚਲਾ ਸਕਦਾ ਸੀ ਕੰਪਿਊਟਰ ਨੂੰ। ਅੱਛਾ, ਹੁਣ ਮੰਨ ਲਓ ਕਿ 10 ਬੰਦੇ ਆ, 10 ਬੰਦਿਆਂ ਨੇ ਕੰਮ ਕਰਾਉਣਾ ਹੈ, ਤਾਂ 10 ਬੰਦਿਆਂ ਨੇ ਕੰਮ ਕਰਾਉਣਾ। ਮੰਨ ਲਓ ਪਹਿਲਾ ਬੰਦਾ ਕੀ ਆ, ਮੰਨ ਲਓ ਕੰਪਿਊਟਰ ਆਪਰੇਟਰ ਬੈਠਾ, CEO ਕਹਿ ਦਿੰਦੇ ਆਪਾਂ ਇਹਨੂੰ। ਇਹਦੇ ਕੋਲ ਪਹਿਲਾ ਬੰਦਾ ਗਿਆ, ਫਿਰ ਦੂਜਾ ਬੰਦਾ ਗਿਆ, ਤੀਜਾ ਬੰਦਾ ਗਿਆ, ਚੌਥਾ ਬੰਦਾ ਗਿਆ, ਮਤਲਬ ਜਿੰਨੇ ਮਰਜ਼ੀ ਬੰਦੇ ਗਏ। ਤਾਂ ਇਹ ਇਹਦੇ ਕੋਲ ਕੀ ਕਰ ਰਹੇ, ਆਪਣੀ ਜੌਬ ਸਬਮਿਟ ਕਰ ਰਹੇ, ਭਾਈ ਸਾਡਾ ਆਹ ਕੰਮ ਆ, ਸਾਨੂੰ ਕਰਕੇ ਦੇ ਦੇ। ਤਾਂ ਉਦੋਂ ਕੰਪਿਊਟਰ ਵੀ ਸਲੋ ਹੁੰਦੇ ਸੀ, ਐਂ ਨਹੀਂ ਵੀ ਨਾਲ ਦੀ ਨਾਲ ਕੰਮ ਹੋ ਜਾਂਦਾ ਸੀਗਾ। ਤਾਂ ਇਹ ਕੀ ਕਰਦਾ ਸੀ, ਸਾਰਿਆਂ ਦੀ ਜੌਬ ਨੂੰ ਕੀ ਕਰ ਲੈਂਦਾ ਸੀ, ਇਕੱਠਾ ਕਰ ਲੈਂਦਾ ਸੀਗਾ। ਮੰਨ ਲਓ 5 ਜੌਬ ਆ ਗਈਆਂ ਮੇਰੇ ਕੋਲੇ, ਕਿੰਨੀਆਂ ਆ ਗਈਆਂ? 5 ਜੌਬ ਆ ਗਈਆਂ। ਤਾਂ 5 ਜੌਬ ਦਾ ਮੈਂ ਕੀ ਬਣਾ ਦਿੰਦਾ ਸੀ, ਇੱਕ ਬੈਚ ਬਣਾ ਦਿੰਦਾ ਸੀਗਾ। ਤਾਂ ਬਸ ਉਹ ਬੈਚ ਦੇ ਵਿੱਚ ਕੀ ਹੁੰਦੀ ਸੀਗੀ, ਪ੍ਰੋਸੈਸਿੰਗ ਹੁੰਦੀ ਰਹਿੰਦੀ ਸੀਗੀ। ਤਾਂ ਇਹਨੂੰ ਤਾਂ ਹੀ ਕਹਿੰਦੇ ਆ ਬੈਚ ਆਪਰੇਟਿੰਗ ਸਿਸਟਮ ਕਿਹਾ ਜਾਂਦਾ ਹੈ। ਠੀਕ ਹੈ ਜੀ, ਤੁਹਾਨੂੰ ਇੱਕ ਵਾਰੀ ਡਾਇਗਰਾਮ ਦਿਖਾਉਣਾ, ਫਿਰ ਅੱਗੇ ਪੜਾਉਣਾ। ਮੰਨ ਲਓ ਕੀ ਆ, ਕਹਿੰਦਾ ਯੂਜ਼ਰ ਦੀ ਜੌਬ ਆ ਗਈ, ਯੂਜ਼ਰ 1 ਆ ਗਿਆ, 2 ਆ ਗਿਆ, 3 ਆ ਗਿਆ, 4 ਆ ਗਿਆ। ਤਾਂ ਜੌਬ ਨੂੰ ਕੀ ਕਿਤੇ ਬੈਚ ਦੇ ਵਿੱਚ ਵੰਡ ਦਿੰਦੇ ਸੀਗੇ। ਵੰਡਣ ਤੋਂ ਬਾਅਦ ਕੀ ਹੈ, CPU ਕੀ ਕਰਦਾ ਸੀਗਾ, ਪ੍ਰੋਸੈਸਿੰਗ ਕਰਦਾ ਰਹਿੰਦਾ ਸੀਗਾ। ਜਿਵੇਂ ਜੌਬ 1 ਦੀ ਪ੍ਰੋਸੈਸਿੰਗ ਕਰਤੀ, 2 ਦੀ ਕਰਤੀ, 3 ਦੀ ਕਰਤੀ, ਜਿੰਨੀਆਂ ਦਿੱਤੀਆਂ ਮੈਂ ਸਭ ਦੀ ਕੀ ਕਰਦਾ ਸੀਗਾ, ਪ੍ਰੋਸੈਸਿੰਗ ਕਰਦਾ ਰਹਿੰਦਾ ਸੀਗਾ। ਤਾਂ ਕਹਿਣ ਦਾ ਭਾਵ ਜਿਹੜਾ ਕੰਮ ਹੁੰਦਾ ਸੀ ਰਾਜੇ, ਸਿੰਗਲ ਕਰਕੇ ਨਹੀਂ ਹੁੰਦਾ ਸੀ, ਬੈਚ ਦੇ ਵਿੱਚ ਹੁੰਦਾ ਸੀਗਾ। ਠੀਕ ਹੈ, ਬੈਚ ਦੇ ਵਿੱਚ ਸਬਮਿਟ ਕੀਤੀਆਂ ਜਾਂਦੀਆਂ ਸੀਗੀਆਂ ਜੌਬਸ, ਉਹਨੂੰ ਤਾਂ ਹੀ ਕਹਿੰਦੇ ਆ ਬੈਚ ਆਪਰੇਟਿੰਗ ਸਿਸਟਮ ਕਿਹਾ ਜਾਂਦਾ ਹੈ। ਤਾਂ ਲਿਖਿਆ ਹੋਇਆ ਰਾਜੇ, ਤਾਂ ਯੂਜ਼ਰ ਹੈਜ਼ ਟੂ ਸਬਮਿਟ ਏ ਜੌਬ। ਤਾਂ ਜੌਬ ਸਬਮਿਟ ਕਿੱਥੇ ਕਰਦੇ ਸੀਗੇ? ਪੰਚ ਕਾਰਡ, ਤੁਸੀਂ ਸੁਣਿਆ ਹੋਊਗਾ ਪੰਚ ਕਾਰਡ ਬਾਰੇ। ਪੰਚ ਕਾਰਡ ਦੀ ਵਰਤੋਂ ਕੀਤੀ ਜਾਂਦੀ ਸੀ, ਜਾਂ ਫਿਰ ਪੇਪਰ ਟੇਪ ਦੀ ਵਰਤੋਂ ਕਰਦੇ ਸੀਗੇ। ਠੀਕ ਹੈ, ਪੇਪਰ ਟੇਪ ਦੀ ਵਰਤੋਂ ਕਰਕੇ ਉਹਦੇ ਉੱਪਰ ਕੀ ਕਰਦੇ ਸੀਗੇ ਰਾਜੇ, ਸਬਮਿਟ ਕਰ ਦਿੰਦੇ ਸੀ ਜੌਬ। ਇਹ ਐਂ ਕਹਿ ਸਕਦੇ ਹਾਂ ਵੀ ਇਨਪੁਟ ਵਾਸਤੇ ਵਰਤੀਆਂ ਜਾਂਦੀਆਂ, ਜਿਵੇਂ ਅੱਜ ਕੱਲ੍ਹ ਕੀਬੋਰਡ ਵਰਤਦੇ ਆਪਾਂ ਇਨਪੁਟ ਵਾਸਤੇ, ਉਦੋਂ ਪੰਚ ਕਾਰਡ ਅਤੇ ਪੇਪਰ ਟੇਪ ਵਰਤੀ ਜਾਂਦੀ ਸੀਗੀ ਇਨਪੁਟ ਵਾਸਤੇ। ਅੱਛਾ, ਦੂਜੀ ਗੱਲ ਇਹਦੇ ਵਿੱਚ ਯਾਦ ਰੱਖਣਾ, ਮੋਸਟ ਇੰਪੋਰਟੈਂਟ ਪੁਆਇੰਟ ਇਹ ਹੈਗਾ ਵੀ ਯੂਜ਼ਰ ਕਿਹੜੇ ਆਪਰੇਟਿੰਗ ਸਿਸਟਮ ਦੇ ਵਿੱਚ ਡੀਲ ਨਹੀਂ ਕਰਦਾ। ਤਾਂ ਬੈਚ ਆਪਰੇਟਿੰਗ ਸਿਸਟਮ ਦੇ ਵਿੱਚ ਯੂਜ਼ਰ ਦੇ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਗਾ। ਇਹਦੇ ਵਿੱਚ ਕੰਮ ਕੌਣ ਕਰੂਗਾ? ਕੰਪਿਊਟਰ ਆਪਰੇਟਰ ਕਰੂਗਾ। ਠੀਕ ਹੈ ਜੀ, ਤਾਂ ਇਹਦੇ ਵਿੱਚ ਐਗਜੀਕਿਊਸ਼ਨ ਹੁੰਦੀ ਰਹਿੰਦੀ ਹੈ। ਤਾਂ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਰਾਜੇ ਬੈਚ ਆਪਰੇਟਿੰਗ ਸਿਸਟਮ। ਨੈਕਸਟ ਟਾਈਪ ਵੱਲ ਵੱਧਦੇ ਹਾਂ ਆਪਾਂ। ਨੈਕਸਟ ਹੈਗਾ ਜੀ ਮਲਟੀ ਪ੍ਰੋਗਰਾਮਿੰਗ। ਰਾਜੇ ਇਹਨੂੰ ਮਲਟੀ ਪ੍ਰੋਗਰਾਮਿੰਗ ਵੀ ਕਹਿ ਦਿੰਦੇ ਆ, ਜਾਂ ਫਿਰ ਮਲਟੀ ਟਾਸਕਿੰਗ ਵੀ ਕਹਿ ਦਿੰਦੇ ਆ। ਵੈਸੇ ਕਈ ਜਗ੍ਹਾ ਤੇ ਤੁਹਾਨੂੰ 2 ਵਾਰੀ ਪੜਾਇਆ ਜਾਊਗਾ, ਮਲਟੀ ਟਾਸਕਿੰਗ ਅਲੱਗ ਪੜਾਉਂਦੇ ਆ, ਮਲਟੀ ਪ੍ਰੋਗਰਾਮਿੰਗ ਅਲੱਗ ਪੜਾਉਂਦੇ ਆ। ਪਰ ਮੈਂ ਤੁਹਾਨੂੰ ਇਕੱਠਾ ਤਾਂ ਪੜ੍ਹਾ ਰਿਹਾ ਵੀ ਮਲਟੀ ਟਾਸਕਿੰਗ ਕੀ ਹੈਗਾ, ਇੱਕ ਥਿਊਰੀ ਹੈਗੀ ਹੈ। ਮਲਟੀ ਟਾਸਕਿੰਗ ਕੀ ਇੱਕ ਥਿਊਰੀ ਹੈ, ਤਾਂ ਉਹਨੂੰ ਅਗਰ ਪ੍ਰੈਕਟੀਕਲ 'ਚ ਕਰਾਂਗੇ ਉਹਨੂੰ ਕਹਿ ਦਿੰਦੇ ਆ ਮਲਟੀ ਪ੍ਰੋਗਰਾਮਿੰਗ। ਹੁਣ ਤੁਹਾਨੂੰ ਮੈਂ ਇੱਕ ਦੇਸੀ ਐਗਜ਼ਾਮਪਲ ਦੇ ਨਾਲ ਸਮਝਾਊਂਗਾ, ਤੁਹਾਨੂੰ ਸਾਰਾ ਕੁਝ ਸਮਝ ਆ ਜਾਊਗਾ, ਚਿੰਤਾ ਨਹੀਂ ਕਰਨੀ। ਹੁਣ ਤੁਸੀਂ ਸਾਰੇ ਕੀ ਕਰਦੇ ਆ, ਪੰਜਾਬ ਦੇ ਵਿੱਚ ਕੀ ਹੁੰਦੇ ਨੇ, ਟਾਈਪਿੰਗ ਟੈਸਟ ਹੁੰਦੇ ਨੇ। ਤਾਂ ਤੁਸੀਂ ਟਾਈਪਿੰਗ ਦੀ ਤਿਆਰੀ ਕਰਦੇ ਹੋ। ਦੇਖੋ ਟਾਈਪਿੰਗ ਕਰਨੀ ਬੜੀ ਔਖੀ ਆ, ਆਪਾਂ ਬੋਰ ਹੋ ਜਾਂਦੇ ਆ। ਤੁਸੀਂ ਮੰਨ ਲਓ MS ਵਰਡ ਖੋਲ੍ਹ ਲਿਆ, ਠੀਕ ਹੈ, MS ਵਰਡ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਰਾਜੇ, ਟਾਈਪਿੰਗ ਕਰ ਰਹੇ ਹੋ। ਕੀ ਕਰ ਰਹੇ ਹੋ? ਟਾਈਪਿੰਗ ਕਰ ਰਹੇ ਹੋ। ਪਰ ਤੁਸੀਂ ਬੋਰ ਹੋ ਰਹੇ ਹੋ, ਤੁਸੀਂ ਨਾਲ ਕੀ ਲਾ ਲਏ, ਗਾਣੇ ਲਾ ਲਏ। ਤੁਸੀਂ ਨਾਲ ਗਾਣੇ ਸੁਣਦੇ ਹੋ, ਤੁਹਾਡੀ ਸਪੀਡ ਵੱਧਦੀ ਰਹਿੰਦੀ ਹੈ। ਤਾਂ ਕਹਿਣ ਦਾ ਮਤਲਬ ਤੁਸੀਂ ਇੱਕੋ ਟਾਈਮ ਤੇ 2 ਕੰਮ ਕਰ ਰਹੇ ਹੋ। ਇੱਕ ਕੰਮ ਕੀ ਕਰ ਰਹੇ ਹੋ, ਟਾਈਪਿੰਗ ਕਰ ਰਹੇ ਹੋ। ਦੂਜਾ ਕੰਮ ਕੀ ਕਰ ਰਹੇ ਹੋ ਰਾਜੇ, ਤੁਸੀਂ ਗਾਣੇ ਸੁਣ ਰਹੇ ਹੋ। ਤਾਂ ਬਸ ਇਹਨੂੰ ਕੀ ਕਹਿੰਦੇ ਆ ਰਾਜੇ, ਇਹਨੂੰ ਕਹਿ ਦਿੰਦੇ ਆ ਮਲਟੀ ਟਾਸਕਿੰਗ। ਕੀ ਕਹਿ ਦਿੰਦੇ ਆ? ਮਲਟੀ ਟਾਸਕਿੰਗ। ਮਲਟੀ ਟਾਸਕਿੰਗ ਦਾ ਮਤਲਬ ਹੁੰਦਾ ਹੈ ਕਿ ਇੱਕੋ ਟਾਈਮ ਤੇ ਇੱਕ ਤੋਂ ਵੱਧ ਕੰਮ ਕਰਨਾ। ਪਰ ਇਹ ਹੈਗਾ ਇਨਸਾਨਾਂ ਦੀ ਭਾਸ਼ਾ ਦੇ ਵਿੱਚ ਮਲਟੀ ਟਾਸਕਿੰਗ ਥਿਊਰੀ ਹੈ। ਪਰ ਜਿਹੜਾ ਕੰਪਿਊਟਰ ਹੁੰਦਾ ਰਾਜੇ, ਉਹ ਕਦੇ ਵੀ ਇੱਕੋ ਟਾਈਮ ਤੇ 2 ਕੰਮ ਨਹੀਂ ਕਰ ਸਕਦਾ। ਉਹਦਾ ਕਾਰਨ ਕੀ ਤੁਹਾਨੂੰ ਮੈਂ ਦੱਸਦਾ, ਉਹਦਾ ਕਾਰਨ ਅੱਜ ਸਮਝਾ ਦਿੰਦਾ, ਤੁਹਾਡੇ ਖਾਨੇ 'ਚ ਪੈ ਜੂਗੀ, ਤੁਸੀਂ ਜ਼ਿੰਦਗੀ 'ਚ ਕਦੇ ਨਹੀਂ ਭੁੱਲੋਗੇ। ਹੁਣ ਮੰਨ ਲਓ ਕੀ ਹੈ ਰਾਜੇ, ਆਹ ਹੈਗਾ ਮੇਰਾ, ਠੀਕ ਹੈ, CPU ਦੇ ਵਿੱਚ ਕੀ ਹੁੰਦੀ ਹੈ, ਰੈਮ। ਤੇ ਰੈਮ ਦੇ ਵਿੱਚ ਹਮੇਸ਼ਾ ਕੀ ਰਹਿੰਦਾ, ਇੱਕ ਪ੍ਰੋਸੈਸ ਰਹਿੰਦਾ ਹਮੇਸ਼ਾ। ਪ੍ਰੋਸੈਸ ਦਾ ਮਤਲਬ ਕਿ ਇੱਕ ਕੰਮ ਰਹਿੰਦਾ ਹਮੇਸ਼ਾ, ਇੱਕ ਕੰਮ ਹੀ ਕਰ ਸਕਦੇ ਹਾਂ ਆਪਾਂ। ਮੰਨ ਲਓ ਆਪਾਂ ਟਾਈਪਿੰਗ ਸ਼ੁਰੂ ਕੀਤੀ, ਉਹ ਕੀ 1 ਨੰਬਰ ਕੰਮ ਹੈ। ਨਾਲ ਆਪਾਂ ਗਾਣੇ ਸੁਣ ਲਿਓ, 2 ਨੰਬਰ ਕੰਮ ਹੈ। ਪਰ ਇਹ ਦੋਨੇ ਕੰਮ ਇਕੱਠੇ ਨਹੀਂ ਹੁੰਦੇ। CPU ਕੀ ਕਰਦਾ, ਰੈਮ ਕੀ ਕਰਦਾ, ਮੰਨ ਲਓ 1 ਨੰਬਰ ਕੰਮ ਹੋ ਰਿਹਾ, ਉਹਨੂੰ ਕੀ ਕਰੂਗਾ, ਸਵਿਚ ਆਫ ਕਰ ਦੂਗਾ। ਉਹਨੂੰ ਕਿੱਥੇ ਰੱਖ ਦੂਗਾ, ਹਾਰਡ ਡਿਸਕ ਦੇ ਵਿੱਚ ਰੱਖ ਦੂਗਾ। 2 ਨੰਬਰ ਨੂੰ ਚਲਾ ਦੂਗਾ, ਫਿਰ 2 ਨੰਬਰ ਨੂੰ ਰੱਖ ਦੂਗਾ, 1 ਨੰਬਰ ਨੂੰ ਚਲਾ ਦੂਗਾ। ਕਹਿਣ ਦਾ ਮਤਲਬ ਇਹ ਕੀ ਕਰਦਾ, ਸਵਿਚ ਔਨ ਸਵਿਚ ਆਫ ਕਰਦਾ, ਪਰ ਇੰਨੇ ਘੱਟ ਸਮੇਂ 'ਚ ਕਰਦਾ। ਐਂ ਕਹਿ ਸਕਦੇ ਹਾਂ 10 ਦੀ ਪਾਵਰ -9, ਮਤਲਬ ਸੈਕਿੰਡ ਦਾ ਵੀ ਦੇਖੋ 1/9 ਜ਼ੀਰੋਆਂ ਲਾ ਲਓ, ਤਾਂ ਇੰਨਾ ਛੋਟਾ ਟਾਈਮ ਹੁੰਦਾ। ਆਪਾਂ ਨੂੰ ਐਂ ਲੱਗਦਾ ਵੀ ਦੋਨੇ ਕੰਮ ਇਕੱਠੇ ਹੋ ਰਹੇ ਆ। ਤਾਂ ਇਸ ਚੀਜ਼ ਨੂੰ ਕੀ ਕਹਿ ਦਿੰਦੇ ਆਪਾਂ, ਮਲਟੀ ਪ੍ਰੋਗਰਾਮਿੰਗ ਕਿਹਾ ਜਾਂਦਾ ਹੈ। ਤਾਂ ਆਈ ਹੋਪ ਤੁਹਾਨੂੰ ਮਲਟੀ ਟਾਸਕਿੰਗ ਵੀ ਸਮਝ ਆ ਗਿਆ ਹੋਊਗਾ ਤੇ ਮਲਟੀ ਪ੍ਰੋਗਰਾਮਿੰਗ ਵੀ ਸਮਝ ਆ ਗਿਆ ਹੋਊਗਾ। ਕਹਿਣ ਦਾ ਮਤਲਬ ਜਦੋਂ ਇੱਕੋ ਟਾਈਮ ਤੇ ਇੱਕ ਤੋਂ ਵੱਧ ਕੰਮ ਹੋ ਰਹੇ ਨੇ, ਉਹਨੂੰ ਕਹਿ ਦਿੰਦੇ ਆ ਮਲਟੀ ਪ੍ਰੋਗਰਾਮਿੰਗ। ਤਾਂ ਲਿਖਿਆ ਹੋਇਆ ਜੀ, ਕਹਿੰਦਾ ਇਨ ਦਿਸ ਟਾਈਪ ਆਫ ਆਪਰੇਟਿੰਗ ਸਿਸਟਮ, ਕਹਿੰਦਾ ਪਿਕਅਪ ਕਰਦਾ, ਕਹਿੰਦਾ ਬਿਗੇਨ ਕਰਦਾ, ਐਗਜ਼ੀਕਿਊਟ ਕਰਨਾ 1 ਆਫ ਦਾ ਜੋਬ ਫਰੋਮ ਦਾ ਮੈਮਰੀ। ਮੰਨ ਲਓ ਇੱਕ ਤੋਂ ਵੱਧ ਜੋਬ ਨੂੰ ਕੀ ਕਰੂਗਾ ਰਾਜੇ, ਉਹ ਮੈਮਰੀ ਦੇ ਵਿੱਚੋਂ ਲੈ ਕੇ ਕੀ ਕਰੂਗਾ, ਸਟਾਰਟ ਕਰ ਦੂਗਾ, ਐਗਜ਼ੀਕਿਊਸ਼ਨ ਸਟਾਰਟ ਕਰ ਦੂਗਾ, ਉਹਦੀ ਪ੍ਰੋਸੈਸ ਕਰਨਾ ਸਟਾਰਟ ਕਰ ਦੂਗਾ। ਬਟ ਉਹ ਕੀ ਕਰਦਾ ਰਾਜੇ, ਇੱਕੋ ਟਾਈਮ ਤੇ ਨਹੀਂ ਕਰਦਾ। ਉਹ ਕੀ ਕਰਦਾ, ਸਵਿਚ ਔਨ ਜਾਂ ਸਵਿਚ ਆਫ ਕਰਦਾ ਰਹਿੰਦਾ।
ਜੇ ਮੰਨ ਲਓ ਇੱਕ ਦੇ ਵਿੱਚ ਬਿਜ਼ੀ ਹੈ CPU ਤਾਂ ਦੂਜੇ ਨੂੰ ਵੇਟ ਕਰਨੀ ਪੈਂਦੀ ਹੈ। ਅਗਰ ਦੂਜਾ ਖਤਮ ਹੋ ਜਾਂਦਾ ਤਾਂ ਠੀਕ ਹੈ, ਪਹਿਲਾ ਖਤਮ ਹੋ ਜਾਂਦਾ ਦੂਜਾ ਅੰਦਰ ਚਲਾ ਜਾਂਦਾ ਹੈ। ਜਿਵੇਂ ਤੁਹਾਨੂੰ ਮੈਂ ਸਮਝਾ ਕੇ ਹਟਿਆ ਵੀ 1 ਨੰਬਰ ਰੁਕ ਗਿਆ, ਫਿਰ 2 ਨੰਬਰ ਚੱਲ ਪਿਆ, ਫਿਰ 2 ਨੰਬਰ ਰੁਕ ਗਿਆ, 1 ਨੰਬਰ ਚੱਲ ਪਿਆ, ਠੀਕ ਹੈ। ਤਾਂ ਆਪਸ ਵਿੱਚ ਇਹ ਇਦਾਂ ਕੀ ਕਰਦੇ, ਸਵਿਚ ਔਨ ਸਵਿਚ ਆਫ ਹੁੰਦੇ ਰਹਿੰਦੇ ਆ। ਬਟ ਹੁਣ ਤੁਸੀਂ ਕਹੋਗੇ ਵੀ ਸਾਰੇ ਕੰਮ ਚੱਲੂਗਾ ਕਿਵੇਂ, ਹੈ ਨਾ, ਇਹ ਕਿਵੇਂ ਕੰਮ ਸਾਰਾ ਹੋਊਗਾ। ਤਾਂ ਇਹਦੇ ਵਾਸਤੇ ਇੱਕ ਟੈਕਨੀਕ ਆਉਂਦੀ ਜਿਹਨੂੰ ਕਹਿ ਦਿੰਦੇ ਆ CPU ਸ਼ਡਿਊਲਿੰਗ, ਠੀਕ ਹੈ। ਹੁਣ ਮੰਨ ਲਓ ਤੁਹਾਨੂੰ ਮੈਂ ਕਹਿ ਦੇਵਾਂ ਵੀ ਮੰਨ ਲਓ ਐਂ ਕਹਿ ਦੇਵਾਂ ਵੀ ਮੰਨ ਲਓ ਇੱਕ ਕੰਪਿਊਟਰ ਹੈ ਜਾਂ ਇੱਕ ਲੈਪਟਾਪ ਹੈ, ਕਿ ਮੈਂ ਤੁਹਾਨੂੰ 2 ਬੰਦੇ ਨੇ, 2 ਸਟੂਡੈਂਟ ਨੇ ਮੇਰੇ 1 ਤੇ 2। ਮੈਂ ਕਹਿ ਦੇਵਾਂ ਵੀ ਭਾਈ ਤੂੰ ਤੂੰ ਕੰਮ ਕਰ ਲਾ, ਇਹ ਕਰਨ ਲੱਗ ਗਿਆ, ਕਹਿੰਦਾ ਸਰ ਜੀ ਮੈਂ ਅੰਦਰ ਕੀ ਕਰਾਂ, ਮੈਂ ਵਿਹਲਾ ਬੈਠਾ, ਮੈਂ ਵੀ ਤਾਂ ਕੰਮ ਕਰਨਾ ਹੈ। ਮੈਂ ਇਹਨੂੰ ਕਹਿ ਦੂੰਗਾ ਭਾਈ ਤੂੰ 10 ਮਿੰਟ ਕੰਮ ਕਰ ਲਾ ਰੁਕ ਕੇ, ਇਹ 2 ਨੰਬਰ ਕਰ ਲੂਗਾ, ਫਿਰ 2 ਨੰਬਰ ਰੁਕ ਜੂ, 10 ਮਿੰਟ 1 ਨੰਬਰ ਕੰਮ ਕਰ ਲੂਗਾ। ਤਾਂ ਇਹਦੇ ਵਾਸਤੇ ਕੋਈ ਨਾ ਕੋਈ ਮੈਥਡ ਚਾਹੀਦਾ ਆਪਾਂ ਨੂੰ ਵੀ ਕੌਣ ਬੰਦਾ ਕਿੰਨੇ ਟਾਈਮ ਕੰਮ ਕਰੂਗਾ। ਤਾਂ ਕੰਪਿਊਟਰ ਨੇ ਵੀ ਇੱਕ ਮੈਥਡ ਮਤਲਬ ਫੋਲੋ ਕਰੂਗਾ, ਉਸ ਮੈਥਡ ਨੂੰ ਕਿਹਾ ਜਾਂਦਾ ਹੈ CPU ਸ਼ਡਿਊਲਿੰਗ। ਉਹ ਆਪਣਾ ਨੈਕਸਟ ਟੌਪਿਕ ਹੈ, ਅਗਲੀ ਵਾਰੀ ਕਰਵਾਊਂਗਾ। ਫਿਲਹਾਲ ਦੀ ਘੜੀ ਸਮਝ ਲਓ ਵੀ CPU ਸ਼ਡਿਊਲਿੰਗ ਕੀ ਹੁੰਦਾ ਹੈ, ਜਿਹੜਾ ਸਾਰਾ ਕੁਝ ਸ਼ਡਿਊਲ ਕਰਦਾ ਵੀ ਕਿਹੜਾ ਪ੍ਰੋਸੈਸ ਪਹਿਲਾਂ ਚੱਲੂਗਾ, ਕਿਹੜਾ ਬਾਅਦ 'ਚ ਚੱਲੂਗਾ। ਪ੍ਰੋਸੈਸ ਦਾ ਮਤਲਬ ਕੀ, ਦੇਸੀ ਲੈਂਗੁਏਜ ਆਪਾਂ ਕਹਿ ਦਾਂਗੇ ਕੰਮ, ਕਿਹੜਾ ਕੰਮ ਪਹਿਲਾਂ ਆਊਗਾ, ਕਿਹੜਾ ਕੰਮ ਬਾਅਦ ਦੇ ਵਿੱਚ ਆਊਗਾ, ਠੀਕ ਹੈ। ਸਾਰਾ ਕੁਝ ਕੌਣ ਦੇਖੂਗਾ, ਇਹ ਸਾਰਾ ਕੁਝ ਆਪਰੇਟਿੰਗ ਸਿਸਟਮ ਦੇਖੂਗਾ। ਤੇ ਆਪਰੇਟਿੰਗ ਸਿਸਟਮ ਇਹਨੂੰ ਕੀ ਕਰੂਗਾ, ਫੋਲੋ ਕਰੂਗਾ ਇਸ ਰੂਲ ਨੂੰ, ਠੀਕ ਹੈ ਜੀ, ਕਲੀਅਰ ਹੈ। ਤੇ ਇਹਦੇ ਵਿੱਚ ਕੀ ਹੁੰਦਾ ਬੇਟਾ, ਜਿਵੇਂ ਮਲਟੀ ਪ੍ਰੋਗਰਾਮਿੰਗ ਦੇ ਵਿੱਚ ਕੀ ਹੁੰਦਾ, ਜੇ ਮੰਨ ਲਓ CPU ਦੇ ਵਿੱਚ ਕੀ ਆਲਰੇਡੀ ਇੱਕ ਜੌਬ ਚੱਲ ਰਹੀ ਹੈ, ਮੰਨ ਲਓ 1 ਨੰਬਰ ਆਲਰੇਡੀ ਚੱਲ ਰਹੀ ਹੈ, 2 ਨੰਬਰ ਕੀ ਹੋਈ ਹੈ, ਰੈਡੀ ਬੈਠੀ ਹੈ। ਇਹ ਕਹਿੰਦੀ ਵੀ 1 ਨੰਬਰ ਖਤਮ ਹੋ ਗਈ, ਮੈਂ ਨਾਲ ਦੀ ਨਾਲ ਕੀ ਕਰੂੰਗੀ, ਭੱਜ ਕੇ ਇੱਥੇ ਵੜ ਜੂੰਗੀ ਅੰਦਰ CPU ਦੇ ਵਿੱਚ, ਤੇ ਮੈਂ ਪ੍ਰੋਸੈਸ ਹੋਣਾ ਸ਼ੁਰੂ ਹੋ ਜੂੰਗੀ। ਬਲੌਕਡ ਦਾ ਮਤਲਬ ਹੁੰਦਾ ਵੀ ਕਾਫੀ ਦੇਰ ਕੋਈ ਚੀਜ਼ ਵੇਟ ਕਰੀ ਜਾਵੇ ਨਾ, ਉਹ ਬਲੌਕ ਹੋ ਜਾਂਦੀ ਹੈ। ਚਲੋ ਇਹ ਬਹੁਤ ਹਾਈ ਲੈਵਲ ਦੀਆਂ ਗੱਲਾਂ ਨੇ, ਆਪਾਂ ਅਗਲੀ ਵਾਰੀ ਸਮਝਾਂਗੇ। ਫਿਲਹਾਲ ਬਸ ਇੰਨਾ ਕੁ ਸਮਝ ਲਓ ਵੀ ਇੱਕ ਤੋਂ ਵੱਧ ਕੰਮ ਹੋ ਰਿਹਾ ਉਹਨੂੰ ਕਹਿ ਦਿੰਦੇ ਆ ਮਲਟੀ ਪ੍ਰੋਗਰਾਮਿੰਗ ਐਂਡ ਮਲਟੀ ਟਾਸਕਿੰਗ। ਅੱਗੇ ਚੱਲਦੇ ਹਾਂ ਜੀ, ਅੱਗੇ ਹੈਗਾ ਜੀ ਟਾਈਮ ਸ਼ੇਅਰਿੰਗ। ਟਾਈਮ ਸ਼ੇਅਰਿੰਗ ਦੇਖੋ ਨਾਮ ਤੋਂ ਕਲੀਅਰ ਹੈ, ਜਿੱਥੇ ਕੀ ਹੈ ਟਾਈਮ ਸ਼ੇਅਰ ਕੀਤਾ ਜਾਊਗਾ। ਹੁਣ ਕੀ ਹੈ ਵੀ CPU ਮੇਰੇ ਕੋਲ ਇੱਕ ਹੈ, ਕੋਈ ਚੀਜ਼ ਮੇਰੇ ਕੋਲ ਇੱਕ ਹੈ, ਐਂ ਕਹਿ ਦਿੰਦੇ, ਮੈਂ ਦੇਸੀ ਲੈਂਗੁਏਜ ਸਮਝਾਉਣਾ ਪਹਿਲਾਂ। ਮੈਂ TV ਆਪਣੇ ਘਰ ਦੇ ਵਿੱਚ ਇੱਕ ਹੈ, ਆਹ ਹੈਗਾ ਜੀ ਮੈਂ, ਠੀਕ ਹੈ, ਆਹ ਹੈਗਾ ਜੀ ਮੇਰਾ ਭਰਾ, ਆਹ ਮੈਂ ਆ, ਠੀਕ ਹੈ, ਮਾਈ ਸੈਲਫ, ਅਤੇ ਇਹ ਮੇਰਾ ਬ੍ਰਦਰ ਜਾਂ ਸਿਸਟਰ ਹੈ। ਤਾਂ ਮੈਂ ਕਹਿੰਦਾ ਭਾਈ ਮੈਂ ਤਾਂ ਮੈਚ ਵੇਖੂੰਗਾ, ਅਤੇ ਮੇਰੀ ਸਿਸਟਰ ਕਹਿੰਦੀ ਹੈ ਮੈਂ ਕੀ ਸੀਰੀਅਲ ਦੇਖਣਾ ਹੈ, ਤਾਂ ਲੜਾਈ ਹੋ ਜਾਂਦੀ ਆਪਣੀ, ਠੀਕ ਹੈ। ਚਲੋ ਅੱਜ ਕੱਲ੍ਹ ਤਾਂ ਲੜਾਈ ਤਾਂ ਨਹੀਂ ਹੁੰਦੀ ਕਿਉਂਕਿ ਆਪਣੇ ਸਾਰਿਆਂ ਹੱਥਾਂ ਦੇ ਵਿੱਚ ਮੋਬਾਈਲ ਆ ਗਏ। ਪੁਰਾਣੇ ਟਾਈਮ 'ਤੇ ਕੀ ਹੁੰਦਾ ਸੀ, ਘਰ ਦੇ ਵਿੱਚ ਇੱਕ TV ਹੁੰਦਾ ਸੀਗਾ ਇੰਟਰਟੇਨਮੈਂਟ ਵਾਸਤੇ, ਤਾਂ ਉਹਦੇ ਵਿੱਚ ਬੜੀ ਲੜਾਈ ਹੁੰਦੀ ਸੀ। ਤਾਂ ਇਹਨਾਂ ਦੇ ਆਪਣੇ ਫਾਦਰ ਸਾਹਿਬ ਨੇ ਆ ਕੇ ਕੀ ਕਿਹਾ, ਭਾਈ 5 ਮਿੰਟ ਜਾਂ ਐਂ ਕਹਿ ਦਿੰਦੇ ਆਪਾਂ 1 ਘੰਟਾ ਤੂੰ ਦੇਖ ਲੈ TV, ਤੂੰ ਮੈਚ ਵੇਖ ਲੈ, 1 ਘੰਟਾ ਕੋਈ ਆ ਸੀਰੀਅਲ ਦੇਖੂਗੀ। ਤਾਂ ਸਹਿਮਤੀ ਹੋ ਗਈ, ਕਹਿੰਦਾ ਚੱਲ 1 ਘੰਟਾ ਮੈਂ ਦੇਖੂੰਗਾ, 1 ਘੰਟਾ ਤੂੰ ਦੇਖ ਲਾ। ਤਾਂ ਉਵੇਂ ਰਾਜੇ CPU ਕੀ ਆ ਮੇਰੇ ਕੋਲ ਇੱਕ ਹੈ, ਤਾਂ ਕੰਮ ਮੇਰੇ ਕੋਲ ਕਿੰਨੇ ਆ ਗਏ, 5-6 ਆ ਗਏ, ਠੀਕ ਹੈ। ਇੱਕ ਕੰਮ ਯੂਜ਼ਰ 1 ਕਹਿੰਦਾ ਮੈਂ ਕੰਮ ਕਰਨਾ, ਯੂਜ਼ਰ 2 ਕਹਿੰਦਾ ਮੈਂ ਕਰਨਾ, 3 ਕਹਿੰਦਾ ਮੈਂ ਕਰਨਾ, ਇਵੇਂ ਕਹਿੰਦਾ 4 5 6 ਕਹਿੰਦੇ ਮੈਂ ਕਰਨਾ। ਤਾਂ ਕਰੰਟਲੀ ਕੌਣ ਕੰਮ ਕਰ ਰਿਹਾ, ਯੂਜ਼ਰ ਨੰਬਰ 5 ਕੰਮ ਕਰ ਰਿਹਾ। ਕਿਹਦੇ ਉੱਪਰ ਕੰਮ ਕਰ ਰਿਹਾ, CPU ਦੇ ਉੱਪਰ। ਤਾਂ CPU ਕੀ ਹੈਗਾ ਆਪਣਾ ਬਿਜ਼ੀ ਹੈ, ਤਾਂ ਬਾਕੀ ਕੰਮ ਨਹੀਂ ਹੋ ਸਕਦੇ। ਤਾਂ ਮੈਂ ਇੱਥੇ ਕੀ ਕਰੂੰਗਾ, ਸਾਰਿਆਂ ਦੇ ਵਿੱਚ ਟਾਈਮ ਸਲੋਟ ਬਣ ਦੂੰਗਾ। ਮੈਂ ਇਹਨੂੰ ਕਹਿ ਦੂੰਗਾ ਵੀ 2 ਮਿੰਟ ਤੂੰ ਕੰਮ ਕਰਨਾ, ਜਦੋਂ 2 ਮਿੰਟ ਖਤਮ ਹੋ ਗਏ ਇਹ ਅੱਗੇ ਆ ਜਾਊਗਾ, ਜਿਹੜਾ ਰੈਡੀ ਹੋਊਗਾ ਉੱਥੇ ਆ ਜਾਊਗਾ, ਇਹ ਐਕਟਿਵ ਹੋ ਜਾਊਗਾ, ਫਿਰ ਇਹ ਕੀ ਹੋ ਜਾਊਗਾ, ਰੈਡੀ ਹੋ ਜਾਊਗਾ। ਮਤਲਬ ਇਦਾਂ ਕੀ ਆ, ਕੰਮ ਚੱਲਦਾ ਰਹੂਗਾ। ਤਾਂ ਇਹਨੂੰ ਕਹਿ ਦਿੰਦੇ ਆ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ। ਇਹਨੂੰ ਕੀ ਕਹਿੰਦੇ ਰਾਜੇ, ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਕਹਿੰਦੇ, ਜਿੱਥੇ ਕੀ ਹੈ ਟਾਈਮ ਦੇ ਵਿੱਚ ਕੰਮ ਹੋਊਗਾ, ਬਟ ਟਾਈਮ ਕੀ ਹੋਊਗਾ, ਸ਼ੇਅਰਿੰਗ ਦੇ ਵਿੱਚ ਕੰਮ ਹੋਊਗਾ, ਠੀਕ ਹੈ ਜੀ। ਤਾਂ ਲਿਖਿਆ ਹੋਇਆ ਕਹਿੰਦਾ ਇਟ ਇਜ਼ ਅ ਵੈਰੀ ਸਿਮਿਲਰ ਟੂ ਦਾ ਮਲਟੀ ਪ੍ਰੋਗਰਾਮਿੰਗ ਬੈਚ ਸਿਸਟਮ। ਕਹਿੰਦਾ ਇਨ ਫੈਕਟ ਟਾਈਮ ਸ਼ੇਅਰਿੰਗ ਸਿਸਟਮ ਆਰ ਐਨ ਐਕਸਟੈਂਸ਼ਨ ਆਫ ਦਾ ਮਲਟੀ ਪ੍ਰੋਗਰਾਮਿੰਗ ਸਿਸਟਮ। ਕਹਿਣ ਦਾ ਮਤਲਬ ਹੈਗਾ ਤਾਂ ਮਲਟੀ ਪ੍ਰੋਗਰਾਮਿੰਗ ਸਿਸਟਮ ਹੀ ਹੈ, ਬਸ ਇਹਦੇ ਵਿੱਚ ਕੀ ਕਰਤਾ, ਉਹਦੇ ਵਿੱਚ ਟਾਈਮ ਨਹੀਂ ਹੁੰਦਾ ਸੀਗਾ, ਕੋਈ ਟਾਈਮ ਨਹੀਂ ਹੁੰਦਾ ਸੀ, ਬਟ ਇਹਦੇ ਵਿੱਚ ਫਿਕਸ ਟਾਈਮ ਕਰਤਾ ਆਪਾਂ ਵੀ ਇੰਨੇ ਟਾਈਮ ਬਾਅਦ ਤੈਨੂੰ ਕੀ ਕਰਨਾ ਪਊਗਾ, ਛੱਡਣਾ ਹੀ ਪਊਗਾ CPU, ਅਗਲੇ ਬੰਦੇ ਨੂੰ ਆਉਣਾ ਪਊਗਾ ਉਹਦੇ ਵਿੱਚ ਰਨਿੰਗ ਦੇ ਵਿੱਚ, ਠੀਕ ਹੈ ਜੀ। ਤਾਂ ਟਾਈਮ ਸ਼ੇਅਰਿੰਗ ਜਿਹੜੀ ਟੈਕਨੀਕ ਹੈਗੀ ਹੈ ਬੇਟਾ, ਜਿਹਦੇ ਵਿੱਚ ਕੀ ਕਰਦੇ ਨੇ ਆਪਾਂ ਇੱਕ ਤੋਂ ਵੱਧ ਬੰਦੇ ਕੀ ਕਰ ਦਿੰਦੇ ਆ, ਅਨੇਬਲ ਕਰ ਦਿੰਦੇ ਆ। ਕਾਹਦੇ ਵਾਸਤੇ, ਕਿ ਉਹ ਕਿਸੇ ਸਿੰਗਲ ਕੰਪਿਊਟਰ ਸਿਸਟਮ ਨੂੰ ਯੂਜ਼ ਕਰ ਸਕਣ ਐਟ ਏ ਸੇਮ ਟਾਈਮ, ਠੀਕ ਹੈ। ਰਿਸੋਰਸ ਆਪਣੇ ਕੋਲ ਲਿਮਿਟਿਡ ਨੇ, ਕੰਮ ਕਰਨ ਵਾਲੇ ਜ਼ਿਆਦਾ ਬੰਦੇ ਨੇ, ਉੱਥੇ ਵਰਤਿਆ ਜਾਂਦਾ ਹੈ, ਠੀਕ ਹੈ। ਤੇ ਟਾਈਮ ਸ਼ੇਅਰਿੰਗ ਸਿਸਟਮ ਜਿਹੜਾ ਹੈਗਾ ਰਾਜੇ ਫੋਕਸ ਕਰਦਾ, ਕਹਿੰਦਾ ਮਿਨੀਮਾਈਜ਼ ਦਾ ਰਿਸਪੌਂਸ ਟਾਈਮ। ਰਿਸਪੌਂਸ ਟਾਈਮ ਕੀ ਹੁੰਦਾ, ਹੁਣ ਮੰਨ ਲਓ ਤੁਸੀਂ ਕੀ ਆ, ਮੈਨੂੰ ਮੰਨ ਲਓ ਕੀ ਆ, ਮੈਂ ਕਲਾਸ 'ਚ ਪੜ੍ਹਾ ਰਿਹਾ, ਟੀਚਰ ਕਲਾਸ 'ਚ ਪੜ੍ਹਾ ਰਿਹਾ, ਬੱਚੇ ਕੀ ਬੈਠੇ ਆ, ਕਾਫੀ ਸਾਰੇ ਬੱਚੇ ਬੈਠੇ ਆ, ਤੁਸੀਂ ਮੇਰੇ ਤੋਂ ਕੋਈ ਕੁਐਸਚਨ ਪੁੱਛਿਆ, ਤਾਂ ਮੈਂ ਹਜੇ ਬਿਜ਼ੀ ਆ, ਮੈਂ ਨਹੀਂ ਬੋਲਿਆ। ਜਦੋਂ ਮੈਂ ਬੋਲੂੰਗਾ ਤਾਂ ਤੁਹਾਡੀ ਕੁਐਸਚਨ ਦਾ ਰਿਵਰਟ ਬੈਕ ਆਨਸਰ ਕਰੂੰਗਾ, ਉਹਨੂੰ ਕਹਿ ਦਿੰਦੇ ਰਿਸਪੌਂਸ ਟਾਈਮ। ਹੁਣ ਮੰਨ ਲਓ CPU ਕੀ ਆ, ਬਿਜ਼ੀ ਬੈਠਾ ਹੈ, CPU ਆਲਰੇਡੀ ਕੰਮ ਕਰ ਰਿਹਾ, ਤਾਂ ਮੈਂ ਇੱਕ ਨਵਾਂ ਕੰਮ ਸਟਾਰਟ ਕੀਤਾ, ਤਾਂ ਉਨੀ ਦੇਰ ਕੀ ਆ, CPU ਨੇ ਆਪਾਂ ਨੂੰ ਜਵਾਬ ਨਹੀਂ ਦਿੱਤਾ ਗਾ। ਜਦੋਂ ਮੈਂ ਮੰਨ ਲਓ ਇਹਦੇ ਵਿੱਚ ਐਂਟਰ ਹੋ ਗਿਆ, ਤਾਂ ਮਤਲਬ ਕੀ ਹੈ, ਆਪਾਂ ਨੂੰ ਰਿਸਪੌਂਸ ਮਿਲ ਗਿਆ, ਤਾਂ ਇਹਨੂੰ ਕਹਿ ਦਿੰਦੇ ਆ ਰਿਸਪੌਂਸ ਟਾਈਮ। ਕੋਈ ਗੱਲ ਨਹੀਂ, ਆਪਾਂ ਅੱਗੇ ਫਿਰ ਬਹੁਤ ਡਿਟੇਲ 'ਚ ਕਰਨਾ ਰਿਸਪੌਂਸ ਟਾਈਮ। ਕਹਿਣ ਦਾ ਮਤਲਬ ਕੀ ਹੈ, ਟਾਈਮ ਸ਼ੇਅਰਿੰਗ ਦੇ ਉੱਪਰ ਕੰਮ ਹੋ ਰਿਹਾ। ਤਾਂ ਕਹਿੰਦਾ ਜਿਹੜੀਆਂ ਮਲਟੀਪਲ ਜੌਬਸ ਹੁੰਦੀਆਂ ਨੇ ਰਾਜੇ, ਐਗਜ਼ੀਕਿਊਟ ਹੁੰਦੀਆਂ ਨੇ, CPU ਕੀ ਕਰਦਾ, ਸਵਿਚਿੰਗ ਬਿਟਵੀਨ ਦੈਮ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ 2 ਜੌਬ ਦੇ ਵਿੱਚ ਕੀ ਕਰੂਗਾ, ਸਵਿਚ ਔਨ ਕਰੂਗਾ, ਸਵਿਚ ਆਫ ਕਰੂਗਾ, ਇੱਕ ਨੂੰ ਸਵਿਚ ਔਨ, ਇੱਕ ਨੂੰ ਸਵਿਚ ਆਫ।
ਬਟ ਆਪਾਂ ਨੂੰ ਕੀ ਲੱਗਦਾ ਕਿ ਦੋਨੇ ਇਕੱਠੇ ਹੋ ਰਹੇ ਆ ਕੰਮ, ਆਪਾਂ ਨੂੰ ਐਂ ਲੱਗਦਾ ਵੀ ਦੋਨੇ ਕੰਮ ਇਕੱਠੇ ਹੋ ਰਹੇ ਆ, ਬਟ ਇਕੱਠੇ ਨਹੀਂ ਹੁੰਦੇ ਕਦੇ ਵੀ। ਤਾਂ ਇਹ ਸੀਗਾ ਤੁਹਾਡਾ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ। ਮੈਨੂੰ ਲੱਗਦਾ ਤੁਹਾਨੂੰ ਇਹ ਵੀ ਸਮਝ ਆ ਗਿਆ ਹੋਊਗਾ ਬਹੁਤ ਵਧੀਆ ਢੰਗ ਦੇ ਨਾਲ। ਅੱਗੇ ਹੈਗਾ ਜੀ ਮਲਟੀ ਪ੍ਰੋਸੈਸਰ ਸਿਸਟਮ ਜਾਂ ਮਲਟੀ ਪ੍ਰੋਸੈਸਰ ਆਪਰੇਟਿੰਗ ਸਿਸਟਮ ਕਹਿ ਲਓ। ਨਾਮ ਤੋਂ ਕਲੀਅਰ ਹੈ, ਜਿੱਥੇ ਇੱਕ ਤੋਂ ਵੱਧ ਪ੍ਰੋਸੈਸਰ ਯੂਜ਼ ਕਰਦੇ ਆ। ਪ੍ਰੋਸੈਸਰ ਆਪਾਂ ਕਾਹਦੇ ਵਾਸਤੇ ਯੂਜ਼ ਕਰਦੇ ਆ? ਜਿਵੇਂ ਆਪਾਂ ਕਹਿ ਦੋ ਇਨਸਾਨ ਦਿਮਾਗ ਕਾਹਦੇ ਵਾਸਤੇ ਯੂਜ਼ ਕਰਦਾ ਹੈ? ਆਪਣਾ ਕੰਮ ਕਰਨ ਵਾਸਤੇ। ਤਾਂ ਕੰਪਿਊਟਰ ਪ੍ਰੋਸੈਸਰ ਕਾਹਦੇ ਵਾਸਤੇ ਯੂਜ਼ ਕਰਦਾ? ਪ੍ਰੋਸੈਸਿੰਗ ਕਰਨ ਵਾਸਤੇ। ਤਾਂ ਪ੍ਰੋਸੈਸਿੰਗ ਦਾ ਮਤਲਬ ਹੁੰਦਾ ਕੋਈ ਕੰਮ ਹੋਣਾ। ਤਾਂ ਪ੍ਰੋਸੈਸਰ ਜੇ ਮੰਨ ਲਓ ਆਪਣਾ ਵਧੀਆ ਹੋਊਗਾ, ਆਪਣਾ ਕੰਪਿਊਟਰ ਵੀ ਕੀ ਹੋਊਗਾ? ਫਾਸਟ ਹੋਊਗਾ। ਠੀਕ ਹੈ। ਤਾਂ ਜੇ ਮੈਂ ਇੱਕ ਤੋਂ ਵੱਧ ਪ੍ਰੋਸੈਸਰ ਵਰਤ ਲੂੰਗਾ, ਓਬਵੀਅਸ ਹੈ ਮੇਰਾ ਕੰਮ ਕੀ ਹੋ ਜਾਊਗਾ? ਫਾਸਟ ਹੋ ਜਾਊਗਾ। ਤਾਂ ਜਿੱਥੇ ਇੱਕ ਤੋਂ ਵੱਧ ਪ੍ਰੋਸੈਸਰ ਵਰਤੇ ਜਾਂਦੇ ਆ ਕਾਹਦੇ ਵਾਸਤੇ? ਪ੍ਰੋਸੈਸਿੰਗ ਟਾਈਮ ਨੂੰ ਫਾਸਟ ਕਰਨ ਵਾਸਤੇ, ਰਿਸਪੌਂਸ ਟਾਈਮ ਨੂੰ ਫਾਸਟ ਕਰਨ ਵਾਸਤੇ, ਉਹਨੂੰ ਕਹਿ ਦਿੰਦੇ ਆ ਮਲਟੀ ਪ੍ਰੋਸੈਸਰ ਆਪਰੇਟਿੰਗ ਸਿਸਟਮ। ਠੀਕ ਹੈ। ਉਹਦੇ ਵਿੱਚ ਕੀ ਹੁੰਦਾ? ਰੈਮ ਤਾਂ ਸਿੰਗਲ ਹੀ ਹੁੰਦਾ ਹੈ, ਬਟ ਆਪਾਂ ਕੀ ਕਰਦੇ ਹਾਂ? 2 CPU ਵਰਤ ਲੈਂਦੇ ਹਾਂ। 2 CPU ਨੂੰ ਕੀ ਕਰ ਲੈਂਦੇ ਹਾਂ? ਕੰਬਾਈਨ ਕਰ ਲੈਂਦੇ ਹਾਂ। ਤਾਂ ਪ੍ਰੋਸੈਸਰ 1 ਇਹਦੇ ਵਿੱਚ ਹੈ, ਪ੍ਰੋਸੈਸਰ 2 ਇਹਦੇ ਵਿੱਚ ਹੈ। ਠੀਕ ਹੈ। ਤਾਂ 2 ਪ੍ਰੋਸੈਸਰ ਵਰਤ ਲਾਂਗੇ। ਇੱਕ ਦੀ ਕਹਿੰਦਾ ਵੀ ਕੋਈ ਕੰਮ ਸੀਗਾ ਹੈ ਨਾ, ਕੋਈ ਕੰਮ ਕਰਨਾ ਸੀਗਾ, ਇੱਕ ਬੰਦਾ ਕੰਮ ਕਰ ਰਿਹਾ ਤਾਂ ਕੀ ਆ? ਕੰਮ ਜ਼ਿਆਦਾ ਦਿਨਾਂ 'ਚ ਹੋਊਗਾ। ਤੇ 2 ਬੰਦੇ ਮਿਲ ਕੇ ਕਰਨਗੇ, ਕੀ ਹੋਊਗਾ? ਕੰਮ ਘੱਟ ਦਿਨਾਂ 'ਚ ਹੋਊਗਾ। ਇੱਕ ਨਾਲੋਂ 2 ਭਲੇ। ਤਾਂ ਇਸ ਕਰਕੇ 2 ਪ੍ਰੋਸੈਸਰ ਆਪਾਂ ਯੂਜ਼ ਕਰ ਲਏ। ਇਹਨੂੰ ਕਹਿ ਦਿੰਦੇ ਆ ਮਲਟੀ ਪ੍ਰੋਸੈਸਰ ਆਪਰੇਟਿੰਗ ਸਿਸਟਮ। ਤਾਂ ਇਹ ਕਹਿੰਦਾ ਵੀ ਜਿਹੜਾ ਮਲਟੀ ਪ੍ਰੋਸੈਸਰ ਆਪਰੇਟਿੰਗ ਸਿਸਟਮ ਹੈ ਉਹਦੇ ਵਿੱਚ ਕੀ ਕਹਿੰਦਾ? ਸੈਵਰਲ ਪ੍ਰੋਸੈਸਰ ਦੈਟ ਸ਼ੇਅਰ ਦਾ ਕਾਮਨ ਫਿਜ਼ੀਕਲ ਮੈਮਰੀ। ਫਿਜ਼ੀਕਲ ਮੈਮਰੀ ਦਾ ਮਤਲਬ ਕਾਮਨ ਰੈਮ ਦੇ ਉੱਪਰ ਕੰਮ ਕਰਨਗੇ। ਤਾਂ ਆਪਾਂ ਕਰਦੇ ਕਿਉਂ ਆ? ਆਪਾਂ ਉੱਥੇ ਕੰਮ ਕਰਦੇ ਹਾਂ ਜਿੱਥੇ ਆਪਾਂ ਨੂੰ ਕੀ ਪਰਫਾਰਮੈਂਸ ਜ਼ਿਆਦਾ ਚਾਹੀਦੀ ਹੁੰਦੀ ਹੈ, ਆਪਾਂ ਨੂੰ ਕੰਮ ਫਾਸਟ ਚਾਹੀਦਾ ਹੁੰਦਾ ਹੈ। ਠੀਕ ਹੈ ਜੀ। ਇਹਨੂੰ ਕਹਿ ਦਿੰਦੇ ਮਲਟੀ ਪ੍ਰੋਸੈਸਰ ਆਪਰੇਟਿੰਗ ਸਿਸਟਮ ਕਹਿ ਦਿੰਦੇ ਆ। ਠੀਕ ਹੈ। ਇਹਨੂੰ ਪੜ੍ਹ ਲਿਓ ਇੱਕ ਵਾਰੀ, ਬਾਕੀ ਤਾਂ ਤੁਹਾਨੂੰ ਸਮਝ ਆ ਗਿਆ ਹੋਊਗਾ। ਬਸ ਇਹਦੇ ਵਿੱਚ ਕੋਈ ਖਾਸ ਗੱਲ ਨਹੀਂ ਹੈਗੀ। ਇੱਕ ਤੋਂ ਵੱਧ ਪ੍ਰੋਸੈਸਰ ਵਰਤ ਕੇ ਆਪਾਂ ਕੀ ਕਰਦੇ ਹਾਂ? ਕੰਮ ਨੂੰ ਫਾਸਟ ਕਰ ਲੈਂਦੇ ਹਾਂ। ਨੈਕਸਟ ਚੱਲਦੇ ਹਾਂ ਜੀ। ਇੱਥੋਂ ਸਭ ਤੋਂ ਜ਼ਿਆਦਾ ਤੁਹਾਨੂੰ ਫੁੱਲ ਫਾਰਮ ਪੁੱਛੀ ਜਾਂਦੀ ਆ NOS। ਵੀ NOS ਤੋਂ ਕੀ ਭਾਵ ਹੈ? NOS ਹੁੰਦਾ ਜੀ ਨੈਟਵਰਕ ਆਪਰੇਟਿੰਗ ਸਿਸਟਮ। ਹੁਣ ਤੁਹਾਨੂੰ ਪਤਾ ਜਿਹੜਾ ਰਾਜੇ ਨੈਟਵਰਕ ਬਣਦਾ ਉਹ ਕਿਹਦੇ ਉੱਪਰ ਕੰਮ ਕਰਦਾ? ਉਹ ਕਰਦਾ ਜੀ ਸਰਵਰ ਕਲਾਇੰਟ ਟੈਕਨੋਲੋਜੀ ਤੇ। ਕਿਤੇ ਕੰਮ ਕਰਦਾ? ਸਰਵਰ ਤੇ ਕਲਾਇੰਟ। ਹੁਣ ਸਰਵਰ ਕਲਾਇੰਟ ਟੈਕਨੋਲੋਜੀ ਕੀ ਹੁੰਦੀ ਹੈ? ਮੰਨ ਲਓ ਜਿਵੇਂ ਟੀਚਰ ਹੈ ਤੇ ਸਟੂਡੈਂਟ ਹੈ। ਆ ਟੀਚਰ ਹੈ, ਨਾਲ ਕੀ ਨੇ? ਸਾਰੇ ਸਟੂਡੈਂਟ ਨੇ। S1 ਸਟੂਡੈਂਟ ਹੈ, S2 ਹੈ, S3 ਹੈ। ਮਤਲਬ ਕਲਾਸ ਦੇ ਵਿੱਚ 3 ਬੱਚੇ ਨੇ, ਇੱਕ ਟੀਚਰ ਹੈ। ਹੁਣ ਇਸ ਬੱਚੇ ਨੇ ਕੋਈ ਕੁਐਸਚਨ ਪੁੱਛਣਾ ਸੀਗਾ, ਕਿਹਨੂੰ ਪੁੱਛੂਗਾ? ਟੀਚਰ ਨੂੰ ਪੁੱਛੂਗਾ। ਟੀਚਰ ਰਿਵਰਟ ਬੈਕ ਆਨਸਰ ਕਰੂਗਾ। ਇਹਨੇ ਪੁੱਛਣਾ ਸੀ, ਇਹ ਪੁੱਛੂਗਾ, ਰਿਵਰਟ ਬੈਕ ਆਨਸਰ ਆਊਗਾ। ਕਹਿਣ ਦਾ ਮਤਲਬ ਇੱਕ ਬੰਦਾ ਕੀ ਹੈ? ਸਰਵਰ ਹੈ, ਬਾਕੀ ਸਾਰੇ ਕੀ ਨੇ? ਉਹਦੇ ਕਲਾਇੰਟ ਨੇ। ਤਾਂ ਉਵੇਂ ਰਾਜੇ ਜਦੋਂ ਨੈਟਵਰਕ ਕ੍ਰੀਏਟ ਹੁੰਦਾ, ਜਿਹੜਾ ਸਭ ਤੋਂ ਪਾਵਰਫੁਲ ਕੰਪਿਊਟਰ ਹੁੰਦਾ ਉਹ ਹੁੰਦਾ ਸਰਵਰ। ਬਾਕੀ ਸਾਰੇ ਕੰਪਿਊਟਰ ਕਿਹੜੇ ਹੁੰਦੇ ਨੇ? ਕਲਾਇੰਟ ਹੁੰਦੇ ਨੇ। ਤਾਂ ਜਿਹੜਾ ਸਰਵਰ ਕੰਪਿਊਟਰ ਹੁੰਦਾ ਉਹ ਕੀ ਹੋਊਗਾ? ਬਹੁਤ ਫਾਸਟ ਹੋਊਗਾ। ਉਹਦੇ ਵਿੱਚ ਵੀ ਇੱਕ ਜਿਹੜਾ ਆਪਰੇਟਿੰਗ ਸਿਸਟਮ ਹੋਊਗਾ ਸਪੈਸ਼ਲ ਹੋਊਗਾ। ਉਹ ਕਿਹੜਾ ਆਪਰੇਟਿੰਗ ਸਿਸਟਮ ਹੋਊਗਾ? ਨੈਟਵਰਕ ਆਪਰੇਟਿੰਗ ਸਿਸਟਮ। ਠੀਕ ਹੈ ਜੀ। ਨੈਟਵਰਕ ਆਪਰੇਟਿੰਗ ਸਿਸਟਮ ਵਰਤਿਆ ਜਾਂਦਾ ਕਾਹਦੇ ਵਾਸਤੇ? ਸ਼ੇਅਰਿੰਗ ਕਰਨ ਵਾਸਤੇ, ਰਿਸੋਰਸਿਸ ਔਰ ਫਾਈਲ ਵਗੈਰਾ। ਠੀਕ ਹੈ। ਤਾਂ ਕਹਿੰਦਾ ਨੈਟਵਰਕ ਆਪਰੇਟਿੰਗ ਸਿਸਟਮ ਕਹਿੰਦਾ ਰਨ ਔਨ ਦਾ ਸਰਵਰ ਐਂਡ ਪ੍ਰੋਵਾਈਡ ਦਾ ਸਰਵਿਸਿਜ਼। ਠੀਕ ਹੈ। ਪ੍ਰੋਵਾਈਡ ਦਾ ਸਰਵਰ ਦਾ ਕੈਪੇਬਿਲਿਟੀ ਟੂ ਮੈਨੇਜ ਡਾਟਾ, ਯੂਜ਼ਰ ਗਰੁੱਪ, ਸਿਕਿਉਰਿਟੀ, ਐਪਲੀਕੇਸ਼ਨ ਐਂਡ ਅਦਰ ਨੈਟਵਰਕਿੰਗ ਫੰਕਸ਼ਨ। ਤਾਂ ਤੁਹਾਨੂੰ ਮੈਂ ਦੱਸਿਆ ਨੈਟਵਰਕ ਦੇ ਵਿੱਚ ਜਿੰਨਾ ਵੀ ਕੰਮ ਹੋਊਗਾ ਕੌਣ ਸੰਭਾਲੂਗਾ? ਨੈਟਵਰਕ ਆਪਰੇਟਿੰਗ ਸਿਸਟਮ ਸੰਭਾਲੂਗਾ। ਤਾਂ ਜਿਵੇਂ ਹੁਣ ਜਿਹੜੇ ਸਭ ਤੋਂ ਜਿਹੜਾ ਫੇਮਸ ਹੋਏ ਆ, ਜਿਵੇਂ ਵਿੰਡੋ ਦਾ ਮਾਈਕਰੋਸੌਫਟ ਦਾ ਹੋਇਆ, ਮਾਈਕਰੋਸੌਫਟ ਸਰਵਰ 2003 ਹੋ ਗਿਆ, ਸਰਵਰ 2008 ਹੋ ਗਿਆ। ਲਾਈਨਕਸ ਯੂਨਿਕਸ ਦੇ ਸਰਵਰ ਵੀ ਆਉਂਦੇ ਆ। ਕਹਿਣ ਦਾ ਮਤਲਬ ਕਿ ਇਹ ਸਪੈਸ਼ਲ ਆਪਰੇਟਿੰਗ ਸਿਸਟਮ ਹੁੰਦਾ ਜਿਹੜਾ ਸਪੈਸ਼ਲ ਨੈਟਵਰਕਿੰਗ ਦੇ ਵਿੱਚ ਵਰਤਿਆ ਜਾਂਦਾ, ਇੰਟਰਨੈਟ ਦੇ ਵਿੱਚ ਵਰਤਿਆ ਜਾਂਦਾ। ਜਿਵੇਂ ਲੈਨ ਵਗੈਰਾ ਹੋ ਗਏ, ਪ੍ਰਾਈਵੇਟ ਨੈਟਵਰਕ ਹੋ ਗਏ, ਉਹਨਾਂ ਵਿੱਚ ਵੀ ਵਰਤੇ ਜਾਂਦੇ ਨੇ। ਠੀਕ ਹੈ ਜੀ। ਤਾਂ ਆਈ ਹੋਪ ਤੁਹਾਨੂੰ ਇਹ ਵੀ ਸਮਝ ਲੱਗ ਗਿਆ ਹੋਊਗਾ ਨੈਟਵਰਕ ਆਪਰੇਟਿੰਗ ਸਿਸਟਮ ਕੀ ਚੀਜ਼ ਹੁੰਦੀ ਹੈ। ਅੱਗੇ ਆ ਗਿਆ ਜੀ ਰੀਅਲ ਟਾਈਮ ਆਪਰੇਟਿੰਗ ਸਿਸਟਮ। ਬਹੁਤ ਵਧੀਆ ਇਹ ਹੈ। ਦੇਖੋ ਆਪਾਂ ਟਾਈਮ ਆਪਰੇਟਿੰਗ ਸਿਸਟਮ ਪੜ੍ਹ ਕੇ ਆ ਗਏ, ਬਟ ਰੀਅਲ ਟਾਈਮ ਦਾ ਮਤਲਬ ਕੀ ਹੈ? ਹੁਣ ਜਿੱਥੇ ਵੀ ਜਾਜੇ ਕਿਵੇਂ, ਹੁਣ ਜਿਵੇਂ ਮੰਨ ਲਓ ਜਿਵੇਂ ਵੈਦਰ ਫੋਰਕਾਸਟਿੰਗ ਹੁੰਦੀ ਹੈ, ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੱਲ੍ਹ ਮੀਂਹ ਆਊਗਾ, ਜਾਂ ਕੋਈ ਉਪਗ੍ਰਹਿ ਛੱਡਦੇ ਆ, ਸੈਟੇਲਾਈਟ ਵਗੈਰਾ ਛੱਡਦੇ ਆ। ਉੱਥੇ ਜਿਹੜੇ ਕੰਪਿਊਟਰ ਹੁੰਦੇ ਰਾਜੇ ਸਾਰੇ ਕੀ ਹੁੰਦੇ ਨੇ? ਸੁਪਰ ਕੰਪਿਊਟਰ ਹੁੰਦੇ ਨੇ। ਤਾਂ ਉੱਥੇ ਕੰਮ ਬਹੁਤ ਜ਼ਿਆਦਾ ਕੈਲਕੂਲੇਸ਼ਨ ਜਿਹੜੀਆਂ ਹੁੰਦੀਆਂ ਨੇ ਹਾਈ ਲੈਵਲ ਦੀਆਂ ਹੁੰਦੀਆਂ ਨੇ, ਕੰਮ ਬਹੁਤ ਫਾਸਟ ਚਾਹੀਦਾ ਹੁੰਦਾ। ਹੁਣ ਇਹ ਤਾਂ ਹੈ ਨਹੀਂ ਮੰਨ ਲਓ ਆਪਾਂ ਇੱਕ ਰੋਕਟ ਲਾਂਚ ਕਰਨਾ ਹੈ, ਆਪਾਂ ਇੱਕ ਰੋਕਟ ਲਾਂਚ ਕਰਨਾ, ਉਹ ਕਿ ਪੂਰੀ ਤਿਆਰੀ ਦੇ ਵਿੱਚ ਆ, ਪੂਰੀ ਅੱਗ ਕੱਢ ਰਿਹਾ ਹੈ ਨਾ ਰੋਕਟ ਥੱਲੋਂ। ਇੱਧਰ ਆਪਣਾ ਕੰਪਿਊਟਰ ਦੇ ਵਿੱਚ ਨਾਲ ਅਟੈਚ ਹੁੰਦਾ ਸਾਰਾ ਸਿਸਟਮ। ਮੰਨ ਲਓ ਕੰਪਿਊਟਰ ਆਪਣਾ ਹੈਂਗ ਹੋ ਜੇ ਤਾਂ ਰੋਕਟ ਤਾਂ ਇੱਥੇ ਫਟ ਜਾਊਗਾ। ਇੱਥੇ ਫਟ ਗਿਆ ਤਾਂ ਸਾਰਿਆਂ ਦਾ ਕੀ ਬਣ ਜਾਊਗਾ? ਸਵਾਹ ਬਣਾ ਦੂਗਾ, ਮਰੂੰਡਾ ਬਣਾ ਦੂ ਸਭ ਦਾ। ਠੀਕ ਹੈ। ਤੇ ਬਟ ਆਪਾਂ ਨੂੰ ਚਾਹੀਦੇ ਹੁੰਦੇ ਬਹੁਤ ਸੁਪਰ ਫਾਸਟ ਕੰਪਿਊਟਰ ਚਾਹੀਦੇ ਹੁੰਦੇ ਆ, ਜਿੱਥੇ ਆਪਾਂ ਨੂੰ ਬਹੁਤ ਸੁਪਰ ਫਾਸਟ ਕੰਮ ਚਾਹੀਦਾ ਹੁੰਦਾ ਬਹੁਤ ਘੱਟ ਟਾਈਮ ਦੇ ਵਿੱਚ। ਤਾਂ ਉੱਥੇ ਜਿਹੜੇ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਰਾਜੇ ਉਹ ਹੁੰਦੇ ਆ ਰੀਅਲ ਟਾਈਮ ਆਪਰੇਟਿੰਗ ਸਿਸਟਮ, ਹੈ ਨਾ। ਹੁਣ ਮੰਨ ਲਓ ਆਪਾਂ ਮੌਸਮ ਦਾ ਪਤਾ ਕਰਨਾ ਹੈ, ਤਾਂ ਮੌਸਮ ਆਪਾਂ ਨੂੰ ਨਾਲ ਨਾਲ ਦੇਖੋ, ਆਪਾਂ ਜੇ ਦੇਖੀਏ ਆਪਾਂ ਸਭ ਦੇ ਹੱਥ 'ਚ ਮੋਬਾਈਲ ਹੈਗਾ, ਆਪਾਂ ਵੈਦਰ ਫੋਰਕਾਸਟਿੰਗ ਦੇਖਦੇ ਰਹਿੰਦੇ ਹਾਂ ਵੀ 3 ਵਜੇ ਕੀ ਹੋਊਗਾ, ਮੀਂਹ ਪਊਗਾ ਜਾਂ ਨਹੀਂ ਪਊਗਾ, 5 ਵਜੇ ਮੀਂਹ ਪਊਗਾ ਕਿ ਨਹੀਂ ਪਊਗਾ। ਉਹ ਤਾਂ ਹੀ ਪੋਸੀਬਲ ਹੈ ਜੇ ਆਪਣੇ ਕੋਲ ਕੀ ਹੈਗੇ ਆ? ਰੀਅਲ ਟਾਈਮ ਆਪਰੇਟਿੰਗ ਸਿਸਟਮ ਹੈਗੇ ਆ। ਤਾਂ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਜਿੱਥੇ ਆਪਣੀਆਂ ਹਾਈ ਲੈਵਲ ਦੀਆਂ ਕੈਲਕੂਲੇਸ਼ਨ ਹੁੰਦੀਆਂ ਨੇ, ਸਾਇੰਟੀਫਿਕ ਕੈਲਕੂਲੇਸ਼ਨ ਹੁੰਦੀਆਂ ਨੇ, ਉੱਥੇ ਸਪੈਸ਼ਲ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਜਿਹਨੂੰ ਕਹਿੰਦੇ ਆ ਰੀਅਲ ਟਾਈਮ ਆਪਰੇਟਿੰਗ ਸਿਸਟਮ, ਜਿਹਦੇ ਵਿੱਚ ਰਿਸਪੌਂਸ ਟਾਈਮ ਕੀ ਹੁੰਦਾ? ਘੱਟੋ ਘੱਟ ਹੁੰਦਾ। ਮਤਲਬ ਜੇ
ਉਹਦੇ ਵਿੱਚ ਇੱਕ ਆਈਡੀਆ ਹੁੰਦਾ ਵੀ ਮੰਨ ਲਓ ਕੋਈ ਕੰਮ ਮੈਂ ਕਰਨਾ ਹੈ, ਮੰਨ ਲਓ ਮੈਂ 1 ਸੈਕਿੰਡ ਦੇ ਵਿੱਚ ਕਰਨਾ ਹੈ, ਤਾਂ ਕੰਪਿਊਟਰ 1 ਸੈਕਿੰਡ ਤੋਂ ਘੱਟ ਟਾਈਮ ਦੇ ਵਿੱਚ ਕਰੂਗਾ। ਜੇ 1 ਸੈਕਿੰਡ ਤੋਂ ਵੱਧ ਲੈ ਰਿਹਾ ਤਾਂ ਉਹ ਕੀ ਹੈ, ਰੀਅਲ ਟਾਈਮ ਆਪਰੇਟਿੰਗ ਸਿਸਟਮ ਨਹੀਂ ਹੈਗਾ ਗਾ। ਠੀਕ ਹੈ, ਜਿੱਥੇ ਮੈਂ ਪ੍ਰੈਡਿਕਸ਼ਨ ਕੀਤੀ ਹੋਈ ਹੈ ਵੀ ਇੰਨੇ ਟਾਈਮ ਦੇ ਵਿੱਚ ਮੇਰਾ ਕੰਮ ਹੋਣਾ ਚਾਹੀਦਾ ਹੈ, ਤਾਂ ਉਨੇ ਟਾਈਮ ਦੇ ਵਿੱਚ ਹੋਣਾ ਚਾਹੀਦਾ ਹੈ। ਜੇ ਨਹੀਂ ਹੋ ਰਿਹਾ ਤਾਂ ਕੀ ਹੋ ਜਾਊਗਾ, ਮੇਰਾ ਸਾਰਾ ਸਿਸਟਮ ਕੀ ਹੋ ਜਾਊਗਾ, ਫੇਲ ਹੋ ਜਾਊਗਾ। ਤਾਂ ਪੜ੍ਹ ਲੈਂਦੇ ਆਪਾਂ, ਕਹਿੰਦਾ ਰੀਅਲ ਟਾਈਮ ਜਿਹੜਾ ਸਿਸਟਮ ਹੁੰਦਾ ਇਜ਼ ਡਿਫਾਈਨਡ ਐਜ਼ ਦਾ ਡਾਟਾ ਪ੍ਰੋਸੈਸਿੰਗ ਸਿਸਟਮ in which the time interval required to process and respond to the input is so small that control the environment। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ, ਜਿਹੜਾ ਰਿਸਪੌਂਸ ਟਾਈਮ ਹੁੰਦਾ ਜਾਂ ਰਿਸਪੌਂਡ ਟਾਈਮ ਹੁੰਦਾ ਉਹ ਬਹੁਤ ਘੱਟ ਹੁੰਦਾ ਜਾਂ ਇੰਨਾ ਛੋਟਾ ਹੁੰਦਾ ਕਿ ਪ੍ਰੋਸੈਸਿੰਗ ਬਹੁਤ ਫਾਸਟ ਹੁੰਦੀ ਹੈ। ਠੀਕ ਹੈ ਜੀ। ਤਾਂ ਪਰ ਇਹ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਰਾਜੇ, ਰੀਅਲ ਟਾਈਮ ਆਪਰੇਟਿੰਗ ਸਿਸਟਮ ਹੁੰਦੇ ਜਿਹੜੇ, ਉਹ ਵੀ ਦੋ ਤਰ੍ਹਾਂ ਦੇ ਹੁੰਦੇ ਆ। ਮੈਂ ਅੱਗੇ ਜਾ ਕੇ ਪੜ੍ਹਾਉਣਾ ਹੈ। ਇਹ ਯੂਜ਼ ਕਿੱਥੇ ਹੁੰਦੇ ਆ ਰਾਜੇ, ਜਿਵੇਂ ਸਾਇੰਟੀਫਿਕ ਐਕਸਪੈਰੀਮੈਂਟ ਹੋ ਗਏ ਤੁਹਾਡੇ, ਮੈਡੀਕਲ ਇਮੇਜਿੰਗ ਹੋ ਗਈਆਂ। ਠੀਕ ਹੈ, ਜਾਂ ਆਪਣੀਆਂ ਇੰਡਸਟਰੀਅਲ ਕੋਈ ਆਪਾਂ ਕੰਟਰੋਲ ਕਰਦੇ ਹਾਂ, ਕੋਈ ਵੈਪਨ ਸਿਸਟਮ ਹੋ ਗਿਆ, ਕੋਈ ਰੋਬੋਟ ਹੋ ਗਿਆ, 에ਅਰ ਟ੍ਰੈਫਿਕ ਹੋ ਗਿਆ, ਮਤਲਬ ਜੋ ਵੀ ਹਾਈ ਲੈਵਲ ਦੇ ਜਿਹੜੇ ਪ੍ਰੋਜੈਕਟ ਹੁੰਦੇ ਉੱਥੇ ਵਰਤਿਆ ਜਾਂਦਾ ਕਿਹੜਾ, ਆਪਣਾ ਰੀਅਲ ਟਾਈਮ ਆਪਰੇਟਿੰਗ ਸਿਸਟਮ। ਤੇ ਇਹ ਦੋ ਤਰ੍ਹਾਂ ਦੇ ਹੁੰਦੇ ਆ ਬੇਟੇ, ਇੱਕ ਹੁੰਦਾ ਹਾਰਡ ਰੀਅਲ, ਇੱਕ ਹੁੰਦਾ ਸੌਫਟ ਰੀਅਲ। ਹਾਰਡ ਰੀਅਲ ਜਿਵੇਂ ਮੰਨ ਲਓ ਤੁਹਾਨੂੰ ਮੈਂ ਐਗਜ਼ਾਮਪਲ ਦੱਸੀ ਆ ਰੌਕਟ ਲਾਂਚ ਵਾਲੀ, ਉੱਥੇ ਹਾਰਡ ਰੀਅਲ ਦੇ ਵਿੱਚ ਕੀ ਹੁੰਦਾ ਵੀ ਫਿਕਸ ਹੈ ਵੀ ਜੇ 1 ਸੈਕਿੰਡ ਦੇ ਵਿੱਚ ਕਿਹਾ ਤਾਂ 1 ਸੈਕਿੰਡ ਦੇ ਵਿੱਚ ਕੰਮ ਹੋਣਾ ਚਾਹੀਦਾ। ਸੌਫਟ ਰੀਅਲ ਦੇ ਵਿੱਚ ਹੁੰਦਾ ਵੀ ਜੇ ਮੰਨ ਲਓ 1 ਸੈਕਿੰਡ ਦੇ ਵਿੱਚ ਕੰਮ ਕਿਹਾ ਜਾਂ ਮੇ ਵੀ 1 ਸੈਕਿੰਡ ਤੋਂ ਥੋੜ੍ਹਾ ਬਹੁਤਾ ਟਾਈਮ ਅੱਗੇ ਪਿੱਛੇ ਲੱਗ ਸਕਦਾ। ਠੀਕ ਆ, ਉੱਥੇ ਕੀ ਹੈ, ਸੌਫਟ ਰੀਅਲ ਟਾਈਮ ਆਪਰੇਟਿੰਗ ਸਿਸਟਮ ਵਰਤੇ ਜਾਂਦੇ ਆ। ਕਹਿਣ ਦਾ ਮਤਲਬ ਇੱਥੇ ਸਖਤਾਈ ਪੂਰੀ ਹੈ, ਇੱਥੇ ਕੀ ਹੈ, ਸਖਤਾਈ ਘੱਟ ਹੈ। ਐਂ ਕਹਿ ਲਓ ਆਹ ਆਰਮੀ ਹੈ, ਆਰਮੀ ਦੇ ਵਿੱਚ ਰੂਲ ਬੜੇ ਸਖਤ ਹੁੰਦੇ ਆ। ਆਹ ਪੁਲਿਸ ਹੈ, ਪੁਲਿਸ ਦੇ ਰੂਲ ਥੋੜ੍ਹੇ ਜਿਹੇ ਲੂਜ਼ ਹੁੰਦੇ ਆ। ਤਾਂ ਹੈਗੇ ਦੋਨੇ ਕੀ ਹੈ, ਰੂਲ ਦੇ ਵਿੱਚ ਕੰਮ ਕਰਦੇ ਆ। ਠੀਕ ਹੈ ਜੀ, ਹਾਰਡ ਰੀਅਲ ਤੇ ਸੌਫਟ ਰੀਅਲ। ਤੇ ਆਈ ਹੋਪ ਤੁਹਾਨੂੰ ਸਾਰੇ ਆਪਰੇਟਿੰਗ ਸਿਸਟਮ ਬਹੁਤ ਵਧੀਆ ਸਮਝ ਆ ਗਏ ਹੋਣਗੇ। ਲਾਸਟ ਆਪਣਾ ਹੈਗਾ ਜੀ ਮੋਬਾਈਲ ਆਪਰੇਟਿੰਗ ਸਿਸਟਮ। ਤਾਂ ਉਹ ਆਪਰੇਟਿੰਗ ਸਿਸਟਮ ਜਿਹੜਾ ਮੋਬਾਈਲ ਦੀਆਂ ਐਪਲੀਕੇਸ਼ਨ ਰਨ ਕਰਨ ਵਾਸਤੇ, ਮੋਬਾਈਲ ਡਿਵਾਈਸਿਸ ਨੂੰ ਰਨ ਕਰਨ ਵਾਸਤੇ ਵਰਤਿਆ ਜਾਂਦਾ, ਜਿਹੜਾ ਸਾਰੀ ਮੋਬਾਈਲ ਦੀ ਕੀ ਕਰੂਗਾ, ਦੇਖ ਰੇਖ ਕਰੂਗਾ। ਠੀਕ ਹੈ ਜੀ। ਤਾਂ ਜਿਹੜੇ ਫੇਮਸ ਹੈਗੇ ਆਪਣੇ ਕੋਲੇ, ਜਿਵੇਂ ਆਈਫੋਨ ਦਾ ਉਹ iOS ਹੈ, ਬਲੈਕਬੇਰੀ ਦਾ ਆਉਂਦਾ, ਰਿਮ ਆਉਂਦਾ ਹੈ, ਵਿੰਡੋ ਮੋਬਾਈਲ ਵੀ ਆਉਂਦੇ ਸੀ ਪਹਿਲਾਂ, ਐਂਡਰੋਇਡ ਆਉਂਦਾ, ਅੱਜ ਕੱਲ੍ਹ ਜ਼ਿਆਦਾਤਰ ਐਂਡਰੋਇਡ ਚੱਲਦਾ। ਠੀਕ ਹੈ। ਤਾਂ ਐਂਡਰੋਇਡ ਜਿਹੜਾ ਹੈਗਾ ਰਾਜੇ ਗੂਗਲ ਦਾ ਹੈਗਾ। ਇਹ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਇਹ ਐਂਡਰੋਇਡ ਹੈਗਾ ਸਿਸਟਮ ਹੈਗਾ, ਇਹ ਲਾਈਨੈਕਸ ਬੇਸ ਹੈ। ਲਾਈਨੈਕਸ ਪਹਿਲਾਂ ਆਇਆ ਸੀਗਾ, ਲਾਈਨੈਕਸ ਬੇਸਡ ਆਪਰੇਟਿੰਗ ਸਿਸਟਮ ਹੈ। ਅਤੇ ਕਾਹਦੇ ਵਾਸਤੇ ਵਰਤਿਆ ਜਾਂਦਾ ਰਾਜੇ, ਜਿਵੇਂ ਮੋਬਾਈਲ ਵਾਸਤੇ, ਸਮਾਰਟਫੋਨ ਵਾਸਤੇ, ਟੈਬਲੇਟ ਵਾਸਤੇ ਵਰਤਿਆ ਜਾਂਦਾ। ਅਤੇ ਇਹ ਪਹਿਲਾਂ ਜਿਵੇਂ ਓਪਨ ਹੈਂਡਸੈਟ ਅਲਾਇੰਸ ਜਿਹੜੀ ਇਕੱਠੇ ਮਿਲ ਕੇ ਕੰਮ ਕਰਦੇ ਸੀਗੇ, ਜਿਹਦਾ ਮੇਨ ਮੈਂਬਰ ਕੌਣ ਹੈ, ਗੂਗਲ। ਤਾਂ ਤੁਸੀਂ ਜੇ ਪੇਪਰ ਦੇ ਵਿੱਚ ਕੁਐਸਚਨ ਆ ਗਿਆ ਵੀ ਜਿਹੜਾ ਐਂਡਰੋਇਡ ਹੈਗਾ ਕਿਹੜੀ ਕੰਪਨੀ ਨੇ ਲਾਂਚ ਕੀਤਾ, ਤਾਂ ਤੁਸੀਂ ਆਨਸਰ ਲਾ ਕੇ ਆਉਣਾ ਗੂਗਲ। ਪਹਿਲਾਂ ਇੱਕ ਬੀਟਾ ਵਰਜ਼ਨ ਲਾਂਚ ਕਰਦੇ ਹੁੰਦੇ। ਬੀਟਾ ਵਰਜ਼ਨ ਦਾ ਮਤਲਬ ਹੁੰਦਾ ਟ੍ਰਾਇਲ ਵਰਜ਼ਨ, ਮਤਲਬ ਕਿ ਪਹਿਲਾਂ ਚਲਾ ਕੇ ਦੇਖਦੇ ਆ। ਤਾਂ ਬੀਟਾ ਵਰਜ਼ਨ ਜਿਹੜਾ ਲਾਂਚ ਹੋਇਆ ਸੀਗਾ 2007 ਦੇ ਵਿੱਚ ਹੋਇਆ ਸੀਗਾ। ਅਤੇ ਇਹਦਾ ਜਿਹੜਾ ਫਸਟ ਕਮਰਸ਼ੀਅਲ ਵਰਜ਼ਨ ਲਾਂਚ ਹੋਇਆ ਰਾਜੇ, ਉਹ ਸੀਗਾ ਐਂਡਰੋਇਡ 1.0, ਅਤੇ ਉਹ ਸਤੰਬਰ 2008 ਦੇ ਵਿੱਚ ਲਾਂਚ ਹੋਇਆ। ਹੁਣ ਤੁਹਾਡਾ ਕੰਮ ਕੀ ਹੈ, ਆਹ ਐਂਡਰੋਇਡ ਦਾ ਕੀ ਹੈ, ਲੋਗੋ ਹੈ। ਤੁਹਾਡਾ ਕੰਮ ਕੀ ਹੈ, ਤੁਸੀਂ ਕਮੈਂਟ ਕਰਨਾ ਮੈਨੂੰ ਲੇਟੈਸਟ ਐਂਡਰੋਇਡ ਦਾ ਕਿਹੜਾ ਵਰਜ਼ਨ ਚੱਲ ਰਿਹਾ, ਤੁਸੀਂ ਮੈਨੂੰ ਸਰਚ ਕਰਕੇ ਦੱਸਣਾ। ਜੇ ਗਲਤ ਹੋਊਗਾ ਆਨਸਰ ਮੈਂ ਕਰੂੰਗਾ, ਜੇ ਤੁਹਾਡਾ ਗਲਤ ਹੋਇਆ ਆਨਸਰ ਮੈਂ ਕਰੂੰਗਾ। ਅਤੇ ਇਸ ਤੋਂ ਇਲਾਵਾ ਦੇਖੋ, ਅੱਜ ਸੀਗਾ ਆਪਰੇਟਿੰਗ ਸਿਸਟਮ ਦਾ ਪਹਿਲਾ ਪਾਰਟ। ਅਗਲੇ ਪਾਰਟ ਦੇ ਵਿੱਚ ਆਪਾਂ ਇੱਕ ਤਾਂ CPU ਸ਼ਡਿਊਲਿੰਗ ਪੜ੍ਹਾਂਗੇ, ਇੱਕ ਆਪਾਂ ਪੜ੍ਹਾਂਗੇ ਬਾਇਓਜ਼ ਕਿਵੇਂ ਕੰਮ ਕਰਦੀ ਹੈ ਆਪਰੇਟਿੰਗ ਸਿਸਟਮ ਦੇ ਵਿੱਚ, ਇੱਕ ਪੜ੍ਹਾਂਗੇ ਆਪਰੇਟਿੰਗ ਸਿਸਟਮ ਦੇ ਵਿੱਚ ਕਰਨਲ ਹੁੰਦਾ। ਕੀ ਹੁੰਦਾ, ਕਰਨਲ ਹੁੰਦਾ। ਤਾਂ ਸਾਰਾ ਕੁਝ ਪੜ੍ਹਾਊਂਗਾ। ਅੱਜ ਸਿਰਫ ਬੇਸਿਕ ਪੜ੍ਹਾਇਆ ਤੁਹਾਨੂੰ ਆਪਰੇਟਿੰਗ ਸਿਸਟਮ, ਅਤੇ ਉਹਦੀਆਂ ਟਾਈਪਸ ਪੜ੍ਹਾਈਆਂ ਨੇ। ਆਈ ਹੋਪ ਸਾਰਿਆਂ ਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ ਰਾਜੇ। ਚਿੰਤਾ ਨਹੀਂ ਕਰਨੀ, 101% ਸਿਲੇਬਸ ਕਵਰ ਕਰਵਾਊਂਗਾ ਤੁਹਾਡਾ, ਅਤੇ ਗਰੰਟੀ ਹੈ ਕੁਝ ਵੀ ਬਾਹਰੋਂ ਨਹੀਂ ਆਊਗਾ। ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਬੱਚੇ ਨਵੇਂ ਨੇ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।